Finally, ਸਤਿ ਸ਼੍ਰੀ ਅਕਾਲ. How are you? I'm good. ਤੁਸੀਂ ਕਿਵੇਂ ਹੋ? ਬਹੁਤ ਵਧੀਆ. How's things? Congratulations. 14 January finally. Thank you ਜੀ. Thank you so much. Thank you. ਬੜੀ ਦੇਰ ਤੋਂ ਅਸੀਂ ਤੁਹਾਡੀ ਫਰੈਂਡ ਰਿਕੁਐਸਟ ਐਡ ਕਰਨ ਦੀ ਵੇਟ ਕਰ ਰਹੇ ਤੇ ਤੁਸੀਂ ਸਾਨੂੰ ਕਹਿ ਰਹੇ ਸੀ ਅਸੀਂ ਲਾਈਵ ਨਹੀਂ ਹੋ ਰਹੇ ਤੁਹਾਡੇ ਨਾਲ. ਦੋ ਸਾਲ ਤੋਂ ਨਾ ਇੰਸਟਾਗ੍ਰਾਮ ਮੈਂ ਚੱਲਦਾ ਤਾਂ ਮੈਂ ਆਇਆ ਨਹੀਂ, ਸੋ ਮੈਨੂੰ ਭੁੱਲ ਗਿਆ ਕਿ ਉਹ No worries. So ਵਿਜੇ, ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਜਦੋਂ ਪਤਾ ਲੱਗਿਆ ਕਿ ਫਿਲਮ ਫਾਈਨਲੀ 14 ਜਨਵਰੀ ਨੂੰ ਰਿਲੀਜ਼ ਹੋ ਜਾਏਗੀ ਥੀਏਟਰਸ ਦੇ ਵਿੱਚ, ਤਾਂ ਪਹਿਲਾ ਰਿਐਕਸ਼ਨ ਕੀ ਸੀਗਾ? ਪਹਿਲਾਂ ਮੈਂ ਜਿਮ ਚ ਉਸ ਟਾਈਮ ਦੇ ਉੱਤੇ ਤੇ ਮੈਨੂੰ ਕੇਵੀ ਨੇ ਫੋਨ ਕੀਤਾ, ਕਹਿੰਦਾ ਮੁਬਾਰਕਾਂ। ਮੈਨੂੰ ਸਮਝ ਨਹੀਂ, ਮੈਂ ਕਿਹਾ ਮੁਬਾਰਕਾਂ ਕਾਹਦੀਆਂ? ਤੇ ਛੱਡ ਕੀ ਆ, ਫਿਲਮ ਲਾ ਰਹੇ ਆ। ਤੇ ਟਾਈਮ ਦੇ ਉੱਤੇ ਜਿੱਦਾਂ ਮੇਰੇ ਨਾਲ ਉੱਥੇ ਦੋਸਤ ਤੇਰਾ ਤੇ ਅਸੀਂ ਨਾ ਉੱਥੇ ਜਿਮ ਚ ਉਹ ਮੇਰੇ ਤੋਂ ਵੀ ਜ਼ਿਆਦਾ ਉਹ ਵੀ ਐਕਸਾਈਟਿਡ ਸੀ, ਮੈਂ ਵੀ ਐਕਸਾਈਟਡ ਸੀ, ਪਰ ਮੈਂ ਜ਼ਿਆਦਾ ਇਮੋਸ਼ਨਲ ਹੋ ਗਿਆ ਸੀ। ਤੇ ਉਹ ਜਿੱਦਾਂ ਰੌਲਾ ਪਾਉਣ ਲੱਗ ਗਿਆ, ਉਹ ਆ ਗਏ ਅਸੀਂ ਐਂ ਕਰਕੇ। ਸੋ ਏਦਾਂ ਕਰਕੇ ਨੇ ਉੱਥੇ ਅਸੀਂ ਇਕੱਲੇ ਸੀਗੇ ਦੋਵੇਂ ਜਿਮ ਚ। ਫਿਰ ਉਸ ਤੋਂ ਬਾਅਦ ਅਸੀਂ ਕੇਵੀ ਕੋਲ ਗਏ। ਸੋ ਉਸ ਟਾਈਮ ਦੇ ਉੱਤੇ ਮੇਰਾ ਏਦਾਂ ਸੀ ਕਿ ਮੈਨੂੰ ਲੱਗਿਆ ਰਿਹਾ ਕਿ ਸੱਚੀ ਹੋ ਰਹੀ ਹੈ ਫਿਲਮ, ਸੱਚੀ ਆ ਰਹੀ ਹੈ। ਅੱਛਾ, ਇਹ ਸਾਰੀ ਜਰਨੀ ਜਿਹੜੀ ਕੇਸ ਲੜ ਰਹੇ ਸੀ ਐਂਡ ਐਵਰੀਥਿੰਗ, ਇਹਦੇ ਵਿੱਚ ਜਿਹੜੀ ਡਿਫੈਂਸ ਤੁਸੀਂ ਤੁਹਾਡੇ ਵੱਲੋਂ ਗਈ, ਉਹਦੇ ਵਿੱਚ ਕੀ ਸੀਗਾ? ਯਾਨੀ ਤੁਸੀਂ ਕੀ ਜੱਜ ਸਾਹਿਬ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਸੀਗੇ ਕਿ ਇਸ ਫਿਲਮ ਦੇ ਵਿੱਚ ਕੀ ਐਸਾ ਨਹੀਂ ਹੈਗਾ ਜਿਹੜਾ ਤੁਸੀਂ ਸਾਡੀ ਫਿਲਮ ਬੈਂਕ ਕੀਤੀ ਹੋਈ ਹੈ? ਯਾਨੀ ਜਿਹੜਾ ਲਾਇਰ ਸੀਗਾ ਉਹਨੇ ਤੁਹਾਡੇ ਵੱਲੋਂ ਕੀ ਡਿਫੈਂਸ ਦਿੱਤਾ? ਐਕਚੁਅਲੀ ਕੋਈ ਏਦਾਂ ਦੀ ਕੋਈ ਗੱਲ ਨਹੀਂ ਸੀਗੀ ਜਿਹੜੀ ਮੈਨੂੰ ਲੱਗਦਾ ਉਹਨਾਂ ਨੂੰ ਨਹੀਂ ਪਤਾ ਹੁੰਦੀ ਆਲਰੇਡੀ। ਸੋ ਆਪਾਂ ਇੱਕ ਐਸੀ ਕੰਟਰੀ ਦੇ ਵਿੱਚ ਰਹਿੰਦੇ ਹਾਂ ਜਿੱਥੇ ਕੋਈ ਵੀ ਬੰਦਾ ਤੁਸੀਂ ਕਿਸੇ ਵੀ ਜਗ੍ਹਾ ਤੇ ਕੁਐਸਚਨ ਕਰ, ਤੁਹਾਡਾ ਹੱਕ ਆ, ਹਨਾ? ਸੋ ਉਹਨਾਂ ਨੇ ਕੁਐਸਚਨ ਕੀਤਾ, ਫਿਰ ਸਾਡਾ ਜੋ ਹੱਕ ਸੀ ਅਸੀਂ ਉਹਦੇ ਅਗੇਂਸਟ ਜੋ ਵੀ ਕਹਿ ਸਕਦੇ ਸੀ। ਸਾਡੇ ਵਕੀਲ ਸਾਹਿਬ ਨੇ ਉਹਨਾਂ ਨੂੰ ਇਹੀ ਕਿਹਾ ਕਿ ਜਿੰਨਾ ਚਿਰ ਤੱਕ ਤੁਸੀਂ ਇਸ ਫਿਲਮ ਨੂੰ ਦੇਖਿਆ ਨਹੀਂ, ਤੁਸੀਂ ਇਹ ਜਾਣਦੇ ਨਹੀਂ, ਸੋ ਤੁਸੀਂ ਕੋਈ ਵੀ ਡਿਸੀਜ਼ਨ ਨਹੀਂ ਦੇ ਸਕਦੇ। ਸੋ ਬੜੀ ਰਿਸਪੈਕਟ ਕੀਤੀ ਅਸੀਂ, ਮੈਂ ਰਿਸਪੈਕਟ ਕਰਦਾ ਉਹਨਾਂ ਨੇ ਜਿਹੜਾ ਡਿਸੀਜਨ ਦਿੱਤਾ, ਕਿਉਂਕਿ ਇਹ ਜਿਹੜੀ ਇੱਕ ਫਿਲਮ ਹੁੰਦੀ ਆ ਉਹ ਉਹੀ ਫਿਲਮ ਦੇ ਵਿੱਚ ਦਿਖਾਈਆਂ ਜਾਂਦੀਆਂ ਨੇ ਜਿਹੜੀਆਂ ਸਮਾਜ ਦੇ ਵਿੱਚ ਐਕਚੁਅਲ ਚ ਹੁੰਦੀਆਂ ਨੇ। ਸੋ ਨਹੀਂ ਕਰ ਰਹੇ, ਏਦਾਂ ਦਾ ਨਹੀਂ ਕਿ ਮੈਂ ਕੁਛ ਨਵੀਂ ਫਿਲਮ ਜਾਂ ਸਾਡੇ ਪ੍ਰੋਡਿਊਸਰ ਨੇ ਕੁਝ ਚੈੱਕ ਕਰਤਾ। ਏਦਾਂ ਦੀਆਂ ਬਹੁਤ ਫਿਲਮਾਂ ਨੇ। ਸੋ ਅਸੀਂ ਸਾਰਿਆਂ ਨੇ, ਜੇ ਮੈਂ ਨਹੀਂ ਦੇਖੀਆਂ ਸਾਡੇ ਘਰਦਿਆਂ ਨੇ ਦੇਖੀਆਂ ਹੋਣਗੀਆਂ, ਸੋ ਸਾਡੇ ਘਰਦਿਆਂ ਦੇ ਦੇਖੀਆਂ ਹੋਣਗੀਆਂ। ਏਦਾਂ ਦੀਆਂ ਫਿਲਮਾਂ ਅੱਜ ਦੀਆਂ ਨਹੀਂ ਬਣ ਰਹੀਆਂ, ਮੈਨੂੰ ਲੱਗਦਾ 50 ਸਾਲਾਂ ਤੋਂ ਬਣ ਰਹੀਆਂ ਨੇ। ਜਿਹੜੀ ਤੇ ਟੌਪ ਰੇਟਿੰਗ ਫਿਲਮ ਇਹ ਤਾਂ ਗॉड ਫਾਦਰ ਹੈ, ਹਨਾ? 9 ਫਿਲਮ ਦੀ। ਸੋ ਜੇ ਤੁਸੀਂ ਏਦਾਂ ਇਸ ਚੀਜ਼ ਦੇ ਨਾਲ ਰਜਿਸਟਰ ਕਰੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਇਹ ਚੀਜ਼ਾਂ ਏਦਾਂ ਦੀਆਂ ਨਹੀਂ ਹੈ। ਬੇਸਿਕਲੀ ਤੁਹਾਡੀ ਮਾਈਂਡ ਸੈਟਅਪ ਹੁੰਦਾ, ਤੁਹਾਡਾ ਦੇਖਣ ਦਾ ਨਜ਼ਰੀਆ ਹੁੰਦਾ ਕਿ ਤੁਸੀਂ ਕਿਹੜੇ ਟਾਈਮ ਤੇ ਕਿਹੜੀ ਚੀਜ਼ ਨੂੰ ਟਾਰਗੇਟ ਕਰਨਾ। ਸੋ ਤੁਸੀਂ ਕਿਹੜੇ ਟਾਈਮ ਤੇ ਟਾਰਗੇਟ ਕਰੋਗੇ ਤੇ ਲੋਕਾਂ ਦਾ ਧਿਆਨ ਕਿੱਧਰ ਜਾਊਗਾ। ਸੋ ਆਈ ਥਿੰਕ ਕਿ ਤੁਹਾਨੂੰ ਸੋ ਉਹ ਪਲਾਟ ਸੀ, ਨਥਿੰਗ ਐਲਸ। ਹੋਰ ਇਸ ਤੋਂ ਬਿਨਾ ਕੋਈ ਏਦਾਂ ਦੀ ਗੱਲ ਨਹੀਂ ਸੀ ਮੈਨੂੰ ਲੱਗਦਾ ਕਿ ਜੋ ਇਸ ਫਿਲਮ ਦੇ ਵਿੱਚ ਸਪੈਸ਼ਲ ਸੀ, ਜਿਹੜਾ ਹੋਰ ਫਿਲਮਾਂ ਚ ਅਜੇ ਤੱਕ ਨਹੀਂ ਹੋਇਆ। ਬਟ ਇਸ ਫਿਲਮ ਦੇ ਨਾਲ ਲਾਈਕ ਸ਼ੂਟਰ ਦੀ ਜੇ ਅਸੀਂ ਗੱਲ ਕਰ ਰਹੇ ਹਾਂ ਤਾਂ ਇਸ ਫਿਲਮ ਦੇ ਨਾਲ ਬੀਇੰਗ ਯੋਰ ਡੈਬਿਊ ਪ੍ਰੋਜੈਕਟ, ਤੁਹਾਡੀ ਇੱਕ ਗੈਂਗਸਟਰ ਇਮੇਜ ਬਣੀ ਹੋਈ ਹੈ। ਤੁਸੀਂ ਥਾਰ ਵੀ ਲੈ ਲਈ ਤੇ ਤੁਹਾਡੇ ਫੋਟੋ ਸ਼ੂਟਸ ਵੀ ਉਸ ਹਿਸਾਬ ਦੇ ਹੁੰਦੇ ਆ। ਸੋ ਲੋਕਾਂ ਨੇ ਤੁਹਾਨੂੰ ਬਾਈ ਜੀ ਜਾਂ ਉਹਦਾ ਗੈਂਗਸਟਰ ਲੁੱਕ ਦੇ ਵਿੱਚ ਐਕਸੈਪਟ ਕਰ ਲਿਆ। ਸੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਕਿ ਇਹ ਤੁਹਾਡੇ ਵਾਸਤੇ ਇੱਕ ਨੈਗੇਟਿਵ ਇੰਪੈਕਟ ਵੀ ਲੈ ਕੇ ਆਏਗਾ ਐਜ਼ ਐਨ ਐਕਟਰ? ਮੈਨੂੰ ਏਦਾਂ ਲੱਗਦਾ ਕਿ ਜੇ ਥੋੜੀ 2 ਸਾਲ ਤੋਂ ਪੁਰਾਣੀ ਗੱਲ ਕਰ ਲੈਣਾ, ਜਦੋਂ ਫਿਲਮ ਕਰਨੀ ਤਾਂ ਉਦੋਂ ਕੋਈ ਮੇਰੇ ਤੇ ਨਹੀਂ ਕਰਦਾ ਸੀ ਕਿ ਫਿਲਮ ਕਰ। ਈਵਨ ਜਦੋਂ ਕਰਨ ਲਈ ਸਾਰਾ ਕੁਝ ਰੈਡੀ ਵੀ ਹੋ ਗਿਆ ਤਾਂ ਜਿਹੜੇ ਮੇਰੇ ਡਾਇਰੈਕਟਰ ਤੇ ਖੁਸ਼ਪਾਲ ਦਿਲਸ਼ੇਰ, ਦੇ ਵਰ ਨੋਟ ਕਨਵਿੰਸਡ। ਉਹਨਾਂ ਨੂੰ ਐਂ ਲੱਗਦਾ ਸੀ ਕਿ ਉਹ ਹੋਣਾ ਨਹੀਂ, ਇਹ ਸੱਚੀ। ਉਹਨੂੰ ਐਂ ਲੱਗਦਾ ਸੀ ਹੋਣਾ ਨਹੀਂ। ਤੇ ਅਸੀਂ ਮਤਲਬ ਤੁਸੀਂ ਸੋਚੋ, ਮੇਰੀ ਫਿਲਮ ਸਾਰਾ ਕਨਸੈਪਟ, ਸਾਰੀਆਂ ਚੀਜ਼ਾਂ ਆਪਾਂ ਸੋਚੀਆਂ ਹੋਈਆਂ, ਤਾਂ ਮੈਂ ਉਹਨਾਂ ਨੂੰ ਹੈ ਕਿ ਮੈਂ ਕਰ ਲੂੰਗਾ। ਤੇ ਉਹ ਦੇਖ ਕੇ ਵੀ ਕਨਵਿੰਸ। ਉਹ ਕਿਉਂ ਨਹੀਂ ਕਨਵਿੰਸ? ਉਹ ਮੇਰੇ ਜਦੋਂ ਉਹ ਮੇਰੇ ਕਲਾਸਮੇਟਸ ਨੇ, ਬਹੁਤ ਪੁਰਾਣੇ ਜਾਣਦੇ ਮੈਨੂੰ, ਤੇ ਬਟ ਨਹੀਂ ਸੀ ਕਿਉਂਕਿ ਰੋਜ਼ ਸਵੇਰੇ ਦੁਪਹਿਰੇ ਸ਼ਾਮ ਇੰਡਸਟਰੀ ਦਾ ਕੋਈ ਨਾ ਕੋਈ ਬੰਦਾ ਉਹਨਾਂ ਨੂੰ ਆ ਕੇ ਉਂਗਲ ਲਾ ਦਿੰਦਾ, ਕਹਿੰਦੇ ਕਿ ਨਹੀਂ ਯਾਰ, ਹਨਾ? ਸੋ ਉਹ ਇਸ ਕਰਕੇ ਸੋ ਮੈਂ ਜਦੋਂ ਉਸ ਚੀਜ਼ ਨੂੰ ਬਦਲਿਆ, ਇਹ ਨਹੀਂ ਕਹਿੰਦਾ ਮੈਂ ਬੜੀ ਧਰਮਦਰ ਚੀਜ਼ ਆ, ਮੈਂ ਸਿਰਫ ਮਿਹਨਤ ਕੀਤੀ ਉਸ ਚੀਜ਼ ਲਈ। ਸੋ ਜਦੋਂ ਮੈਂ ਇੱਕ ਇਮੇਜ ਨੂੰ ਬ੍ਰੇਕ ਕਰਕੇ ਇੱਕ ਨਵੀਂ ਇਮੇਜ ਬਣਾਈ, ਤੇ ਜੇ ਮੈਂ ਉਹ ਬਣਾ, ਮੈਨੂੰ ਲੱਗਦਾ ਕਿ ਮੇਰੇ ਲਈ ਕੋਈ ਵੀ ਇਮੇਜ ਏਦਾਂ ਨੈਗੇਟਿਵ ਇੰਪੈਕਟ ਨਹੀਂ ਪਾਊਗੀ। ਮੈਂ ਕੋਈ ਵੀ ਕਰੈਕਟਰ ਲਈ ਜੇ ਮਿਹਨਤ ਕਰੂੰਗਾ, ਨਾਟ ਈਵਨ ਮੀ, ਦੁਨੀਆ 'ਚ ਕੋਈ ਬੰਦਾ ਕਿਸੇ ਵੀ ਕੰਮ ਲਈ ਮਿਹਨਤ ਕਰਦਾ ਤਾਂ ਕੁਛ ਵੀ ਬਦਲ ਸਕਦਾ ਹੈ।
ਸੋ ਮੈਨੂੰ ਤੁਸੀਂ ਗੱਲ ਕੀਤੀ ਮੈਂ I was lucky enough to see the film in the studio while dubbing for your actress. So ਮੈਂ ਜਦੋਂ film ਦੇਖੀ I was taken aback and I was really impressed by your performance and you know the only impression that I had was कि BJ well done. ਤੇ ਤੁਸੀਂ ਹੁਣੇ ਕਿਹਾ ਕਿ ਕਿਸੇ ਨੇ ਉਂਗਲ ਲਾਤੀ ਤੁਸੀਂ ਇਸ ਇੰਡਸਟਰੀ ਦਾ ਬਹੁਤ ਪੁਰਾਣਾ ਪਾਰਟ ਹੋ ਯੂ نو ਇਹ ਉਂਗਲ ਲਾਣ ਵਾਲੀ ਜਿਹੜੀ ਪਾਲਿਸੀ ਹੁੰਦੀ ਹੈ ਇਹ ਕਦੋਂ ਤੱਕ ਤੁਹਾਨੂੰ ਲੱਗਦਾ ਹੈ ਕਿ ਸਕਸੈਸ ਹੋ ਸਕਦੀ ਹੈ ਇੱਕ ਆਈ ਮੀਨ ਕਿਸੇ ਵਾਸਤੇ ਵੀ ਕਿਸੇ ਦੇ ਕੈਰੀਅਰ ਨੂੰ ਪੁੱਲ ਡਾਊਨ ਕਰਨ ਵਾਸਤੇ ਤੇ ਇਸ ਜਰਨੀ ਦੇ ਵਿੱਚ ਕਿੰਨੀ ਵਾਰੀ ਲੋਕਾਂ ਨੇ ਤੁਹਾਡੇ ਕੈਰੀਅਰ ਨਾਲ ਖੇਡਿਆ ਉਂਗਲ ਲਗਾ ਲਗਾ ਕੇ ਦੇਖੋ ਮੈਂ ਨਾ ਇਹਨਾਂ ਚੀਜ਼ਾਂ ਤੇ ਧਿਆਨ ਘੱਟ ਦਿੰਦਾ ਇਹ ਗੱਲ ਕੀਤੀ ਤੇ ਗੱਲ ਦੇ ਵਿੱਚ ਇੱਕ ਗੱਲ ਸੀ ਮੈਂ ਤੁਹਾਨੂੰ ਦੱਸਤਾ ਮੈਨੂੰ ਆਲਰੇਡੀ ਇਸ ਇੰਡਸਟਰੀ 'ਚ 8 ਸਾਲ ਹੋ ਗਏ ਨੇ ਸੋ ਮੈਂ ਸ਼ੁਰੂਆਤ ਹੀ ਮੇਰੀ ਕਿਸੇ ਨਾ ਕਿਸੇ ਨੇ ਮੇਰੀ ਹੈਲਪ ਕੀਤੀ ਆ ਤੇ ਮੈਂ ਅੱਜ ਇੱਥੇ ਤਾਂ ਬੈਠਾ ਸੋ ਮੇਰੀ ਇੰਡਸਟਰੀ 'ਚ ਆਉਣਾ ਵੀ ਸੀ ਤਾਂ ਸਟਾਰਟਿੰਗ 'ਚ ਰਵਿੰਦਰ ਖਹਿਰਾ ਭਾਈ ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਸੀ ਅਮਨ ਸੀਗਾ ਮੇਰੇ ਨਾਲ ਉਹਨਾਂ ਨੇ ਹੈਲਪ ਕੀਤੀ ਸੀ ਇਹ ਚੀਜ਼ ਭੁੱਲ ਨਹੀਂ ਸਕਦਾ ਤੇ ਮੈਂ ਹਮੇਸ਼ਾ ਇਹ ਚੀਜ਼ ਯਾਦ ਰੱਖਦਾ ਕਿ ਕਿਹੜੇ ਬੰਦੇ ਨੇ ਮੇਰੀ ਮਦਦ ਕੀਤੀ ਰੈਦਰ ਦੈਨ ਕਿ ਕਿੰਨੇ ਉਂਗਲਾਂ ਲਾਈਆਂ ਆਬਵੀਅਸਲੀ ਤੇ ਉਂਗਲਾਂ ਨਹੀਂ ਲਾਉਂਦੇ ਤਾਂ ਸਟਰੋਂਗ ਪਰਸਨੈਲਿਟੀ ਨਹੀਂ ਬਣਦੇ ਜੇ ਤੁਹਾਨੂੰ ਸਾਰਾ ਕੁਝ ਪਲੇਟ ਜਾਊਗਾ ਨਾ ਤੁਸੀਂ ਆਰਾਮ ਨਾਲ ਖਾ ਲੋਗੇ ਜਦੋਂ ਸਵਾਦ ਉਦੋਂ ਪਲੇਟ ਵੀ ਆਪ ਬਣਾਓ ਤੇ ਖਾਣ ਵਾਲੀਆਂ ਚੀਜ਼ਾਂ ਵੀ ਆਉਂਗੇ ਨਾ ਫਿਰ ਜ਼ਿੰਦਗੀ ਤੁਸੀਂ ਕਦੀ ਮਾਰ ਨਹੀਂ ਖਾਂਦੇ ਸੋ ਇੰਡਸਟਰੀ ਦੇ ਵਿੱਚ ਇਹ ਜ਼ਰੂਰੀ ਵੀ ਇਸ ਕਰਕੇ ਹੁੰਦੀ ਹੈ ਕਿਉਂਕਿ ਜਿਹੜੇ ਬੰਦੇ ਕਾਮਯਾਬ ਹੁੰਦੇ ਆ ਉਹ ਕਦੀ ਉਂਗਲ ਨਹੀਂ ਲਾਉਂਦੇ ਜਿਹੜੇ ਬੰਦੇ ਨੂੰ ਡਰ ਹੁੰਦਾ ਕਿ ਇਹ ਕਾਮਯਾਬ ਨਾ ਹੋ ਜਾਏ ਉਹੀ ਉਂਗਲ ਲਾਉਂਦੇ ਨੇ ਉਹਨਾਂ ਨੂੰ ਡਰ ਇਸ ਕਰਕੇ ਪਤਾ ਹੁੰਦਾ ਕਿ ਸਾਡੇ ਕੋਲੇ ਲਿਮਿਟਿਡ ਚੀਜ਼ਾਂ ਨੇ ਅਸੀਂ ਇਸ ਚੀਜ਼ ਕਰ ਸਕਦੇ ਹਾਂ ਸਾਡੀ ਗੱਲ ਇਸ ਤਰੀਕੇ ਨਾਲ ਹੀ ਹੋ ਸਕਦੀ ਹੈ ਸੋ ਉਹ ਵੀ ਉਹਨਾਂ ਦਾ ਸੋ ਜੇ ਉਹ ਨਹੀਂ ਕਰਨਗੇ ਤਾਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਲੱਗੂ ਅਸੀਂ ਫਿਰ ਕੀ ਕਰਾਂਗੇ ਸੋ ਉਹ ਆਪ ਦਾ ਕੰਮ ਕਰ ਉਹ ਜੋ ਕਰ ਰਹੇ ਉਹਨਾਂ ਨੂੰ ਉਹ ਕਰਨਾ ਚਾਹੀਦਾ ਸੋ ਮੈਨੂੰ ਬੇਸਿਕਲੀ ਆਪਣੀ ਕੰਮ ਤੇ ਆਪਣੀ ਮਿਹਨਤ ਤੇ ਧਿਆਨ ਦੇਣੀ ਚਾਹੀਦੀ ਠੀਕ ਹੈ ਇਹਦੇ ਨਾਲ ਅੱਛਾ ਮੈਨੂੰ ਇੱਕ ਗੱਲ ਦੱਸੋ ਕਿ 2007 ਦੇ ਵਿੱਚ ਇੱਕ ਫਿਲਮ ਰਿਲੀਜ਼ ਹੋਈ ਸੀ ਹਾਲੀਵੁੱਡ ਦੀ ਜਿਹਦਾ ਨਾਮ ਵੀ ਸ਼ੂਟਰ ਸੀਗਾ ਸੋ ਕਦੀ ਐਦਾਂ ਹੋਇਆ ਕਿ ਡਾਇਰੈਕਟਰ ਸਾਹਿਬ ਨੇ ਬੋਲਿਆ ਹੋਵੇ ਬੀਜੇ ਇਹ ਵਾਲੀ ਫਿਲਮ ਚੋਂ ਇਹ ਵਾਲੇ ਸੀਨ ਦਾ ਇਹ ਵਾਲਾ ਇਮੋਸ਼ਨ ਚੱਕ I mean ਕੋਈ ਇਨਸਪੀਰੇਸ਼ਨ ਲਿੱਤੀ ਕੋਈ ਕਿਤੋਂ ਆਪਣੀ ਇਹ ਸ਼ੂਟਰ ਫਿਲਮ ਲਈ ਸ਼ੂਟਰ ਫਿਲਮ ਦੀ ਨਾ ਖਾਸ ਤੇ ਇੰਟਰਸਟਿੰਗ ਗੱਲ ਇਹ ਹੈ ਕਿ ਇਹ ਸਾਰੀ ਫਿਲਮ ਦੇ ਵਿੱਚ ਸਾਰੀ ਨਵੀਆਂ ਸੀ ਐਕਟਰ ਨਵਾਂ ਡਾਇਰੈਕਟਰ ਨਵਾਂ ਰਾਈਟਰ ਨਵਾਂ ਪ੍ਰੋਡਿਊਸਰਸ ਵੀ ਨਵੇਂ ਸਾਰੇ ਬੰਦੇ ਨਵੇਂ ਸੀ ਤੇ ਬੰਦੇ ਨੂੰ ਪਤਾ ਨਹੀਂ ਸੀ ਕਿ ਹਰ ਬੰਦੇ ਨੂੰ ਆਪਦੇ ਕੰਮ ਦੀ ਟੈਨਸ਼ਨ ਮੈਨੂੰ ਇਹ ਸੀ ਕਿ ਮੈਂ ਕੰਮ ਘੈਂਟ ਕਰਨਾ ਮੇਰੇ ਕੋਲ ਇਨਸਪੀਰੇਸ਼ਨ ਮੈਂ ਸੋਚਦਾ ਹੁੰਦਾ ਸੀ ਕਿ ਮੇਰਾ ਕਿਰਦਾਰ ਦਾ ਮੇਰੇ ਦਿਮਾਗ 'ਚ ਸੀ ਤੇ ਕੁਝ ਗਾਣਿਆਂ ਤੋਂ ਇਹ ਕਰੈਕਟਰ ਬਣਿਆ ਇਹ ਕਿਸੇ ਫਿਲਮ ਤੋਂ ਨਹੀਂ ਤੁਸੀਂ ਦੇਖੋਗੇ ਇਹਦੀ ਕਿਸੇ ਦਾ ਉਹਨੂੰ ਰੈਫਰੈਂਸ ਨਹੀਂ ਮਿਲਣੀ ਕਿ ਇੱਥੇ ਤੁਸੀਂ ਕਹਿ ਨਹੀਂ ਸਕਦੇ ਕਿ ਬੀਜੇ ਨੇ ਇਸ ਸੀਨ ਦੇ ਵਿੱਚ ਫਲਾਣੇ ਐਕਟਰ ਵਰਗਾ ਕੰਮ ਕੀਤਾ ਕਿਸੇ ਨੂੰ ਮੈਂ ਦੇਖਿਆ ਨਹੀਂ ਗਾਣੇ ਸੀ ਮੈਨੂੰ ਇੰਸਪਾਇਰ ਕਰ ਰਹੇ ਸੀ ਕਿ ਅੱਛਾ ਇਦਾਂ ਦਾ ਹੋਣਾ ਚਾਹੀਦਾ ਸੁੱਚਾ ਇਦਾਂ ਹੋਣਾ ਚਾਹੀਦਾ ਆਹ ਚੀਜ਼ ਸੋਚਿਆ ਨਾ ਆਪਣੀ ਡਾਇਰੈਕਸ਼ਨ ਪੁਆਇੰਟ ਆਫ ਵਿਊ ਤੇ ਕੰਮ ਕੀਤਾ ਤੇ ਅਸੀਂ ਜਦੋਂ ਡਿਸਕਸ ਵੀ ਕਰਦੇ ਸੀ ਅਸੀਂ ਸਾਰੀਆਂ ਚੀਜ਼ਾਂ ਮੌਕੇ ਤੇ ਕੀਤੀਆਂ ਨੇ ਜੇ ਡਾਇਲੌਗਸ ਵੀ ਨੇ ਫੇਮਸ ਡਾਇਲੌਗਸ ਨੇ ਸਾਰੇ ਮੌਕੇ ਤੇ ਬਣੇ ਨੇ ਕੋਈ ਵੀ ਪਹਿਲਾਂ ਕੁਝ ਨਹੀਂ ਸੀ ਕਿਉਂਕਿ ਆਪਾਂ ਸੋਚਿਆ ਕਿ ਆਪਾਂ ਫਿਲਮ ਨੂੰ ਬਣਾਉਣਾ 26 ਤਰੀਕ ਨੂੰ ਅਸੀਂ ਔਨ ਫਲੋਰ ਚਲੇ ਤੋ ਲੋਕੇਸ਼ਨਸ ਰੈਕੀ ਫਿਰ ਮੇਰੇ ਕਾਸਟਿਊਮ ਫਿਰ ਮੇਰੇ ਜਿਹੜਾ ਗੈਟਅਪ ਆ ਉਹ ਸਾਰੀਆਂ ਚੀਜ਼ਾਂ ਨੂੰ ਕਰਦੇ ਸਾਡੇ ਕੋਲ 15 ਦਿਨ ਸੀ 15 ਦਿਨ ਚਲੇ ਗਏ ਕੁਝ ਵੀ ਪ੍ਰੀ ਪਲਾਨਡ ਨਹੀਂ ਸੀ ਅੱਛਾ ਇੱਕ ਇਹ ਵੀ ਗੱਲ ਦੱਸੋ ਕਿ ਜਦੋਂ ਤੁਸੀਂ ਰੈਕੀ ਤੁਸੀਂ ਕਿਹਾ ਕਿ ਤੁਸੀਂ ਕਰ ਰਹੇ ਸੀ ਤੇ ਕਿਰਦਾਰ ਦੀ ਤਿਆਰੀ ਕਰ ਰਹੇ ਸੀ ਆਫ ਕੋਰਸ ਯੂ ਵਰ emoting Sukha Kalu on screen although it is inspired by his life but you were somewhere you know ਤੁਸੀਂ ਉਹਨਾਂ ਤੋਂ ਰੈਫਰੈਂਸ ਲਿੱਤੀ ਉਹਨਾਂ ਦੀ ਲੁੱਕ ਤੋਂ ਰੈਫਰੈਂਸ ਲਿੱਤੀ ਐਂਡ ਐਵਰੀਥਿੰਗ ਸੋ ਜਦੋਂ ਤੁਸੀਂ ਰੈਕੀ ਕਰ ਰਹੇ ਸੀ ਉਹਨਾਂ ਦੀ ਜ਼ਿੰਦਗੀ ਬਾਰੇ ਜਾਣਨ ਦੀ ਕੋਸ਼ਿਸ਼ ਕਰ ਰਹੇ ਸੀ ਇਹ ਜਿਹੇ ਕਿਹੜੇ ਫੈਕਟਸ ਤੁਹਾਨੂੰ ਪਤਾ ਲੱਗੇ ਉਹਨਾਂ ਦੀ ਜ਼ਿੰਦਗੀ ਦੇ ਜਿਹੜੇ ਤੁਸੀਂ ਨਹੀਂ ਜਾਣਦੇ ਸੀ ਤੇ ਤੁਸੀਂ you know you were taken aback by these facts ਮੈਂ ਇਦਾਂ ਦਾ ਕੁਝ ਇਦਾਂ ਦਾ ਉਹਨਾਂ ਦੀ ਜ਼ਿੰਦਗੀ ਬਾਰੇ ਮੈਂ ਪਹਿਲਾਂ ਗੱਲ ਕਰਦਾ ਕਿ ਸੁੱਖਾ ਕਾਲੂ ਦੀ ਜ਼ਿੰਦਗੀ ਦੇ ਉੱਤੇ ਜਿਹੜੀ ਬੇਸਿਕਲੀ ਉਹਨਾਂ ਦੀ ਫਿਲਮ ਦੀ ਜ਼ਿੰਦਗੀ ਫਿਲਮ ਨਹੀਂ ਸੋ ਮੈਨੂੰ ਇਹ ਚੀਜ਼ਾਂ ਤੁਸੀਂ ਇਨਸਪਾਇਰ ਹੋ ਨਾਟ ਓਨਲੀ ਉਹਨਾਂ ਦੀ ਜ਼ਿੰਦਗੀ ਤੇ ਸਾਰੇ ਗੈਂਗਸਟਰ ਹੋਰ ਵੀ ਨੇ ਦੁਨੀਆ ਦੇ ਉੱਤੇ ਜਿਨ੍ਹਾਂ ਦੀ ਜ਼ਿੰਦਗੀ 'ਚ ਸੇਮ ਕੁਝ ਹੋਇਆ ਜ਼ਰੂਰ ਆਇਆ ਜਿੱਥੇ ਇੱਕ ਇਨਸਾਨ ਬਦਲਿਆ ਸੋ ਨਾਟ ਓਨਲੀ ਬਹੁਤ ਸਾਰਿਆਂ ਦੀਆਂ ਹੋਰਾਂ ਦੀਆਂ ਵੀਡੀਓਜ਼ ਕੀ ਉਹਨਾਂ ਦੀ ਜ਼ਿੰਦਗੀ 'ਚ ਚੇਂਜ ਆਇਆ ਕੀ ਬਦਲਾਵ ਆਏ ਤਾਂ ਉਹਨਾਂ ਦੇ ਬਦਲਾਵ ਨੂੰ ਲੈ ਕੇ ਉਹ ਚੀਜ਼ਾਂ ਸਕ੍ਰਿਪਟ 'ਚ ਉਤਾਰੀ ਗਈਆਂ ਸੀ ਓਕੇ ਇਹ ਜਿਹੜੇ ਤੁਹਾਡੇ ਕਰਲਸ ਹੈਗੇ ਨੈਚੁਰਲ ਹੈ ਜਾਂ ਪਿੱਛੇ ਆਏ ਇਹ ਤਾਂ ਜਮੀ ਨੈਚੁਰਲ ਨੇ ਇਹ ਤਾਂ
ਕਰਦੇ ਕੰਗੀ ਮੰਮੀ ਆਉਂਦੇ ਹੁੰਦੇ ਸੀ ਤਾਂ ਅੱਧਾ ਘੰਟਾ ਤੇ ਇਹਦੇ ਚੋਂ ਵਾਲਾਂ ਚੋਂ ਕੰਗੀ ਕੱਢਣ ਨੂੰ ਲਾ ਦਿੰਦਾ ਸੀ। ਪਰ ਉਦੋਂ ਲੱਗਦਾ ਕਿ ਯਾਰ ਵਾਲ ਜਿਹੜੇ ਜਿਹਦੇ ਕੋਲੇ ਕਰਲੀ ਹੁੰਦੇ ਉਹਨੂੰ ਐਸਾ ਵਾਲ ਸਿੱਧੇ ਹੋਣੇ ਚਾਹੀਦੇ ਆ, ਜਿਹਦੇ ਕਰਲੀ ਹੋਣੇ ਚਾਹੀਦੇ। ਸੋ ਇਹ ਐਕਚੁਅਲ ਚ ਇਦਾਂ ਦੇ ਨੇ। ਤੇ ਮੈਂ ਕਿਹਾ ਜਦੋਂ ਕੋਈ ਫਿਲਮ ਦੀ ਆਪਾਂ ਲੁੱਕ ਨੈਕਸਟ ਜਿਹੜੀ ਫਿਲਮ ਕਰਾਂਗੇ ਉਹਦੇ ਲਈ ਜਿਹੜਾ ਕਰੈਕਟਰ ਕਰਾਂਗੇ ਸੋ ਉਹਦੇ ਅਕੋਰਡਿੰਗਲੀ ਢਾਲ ਲਾਂਗੇ। ਤੇ ਫਿਰ ਤੁਸੀਂ ਆਪਣੇ ਕਰਲਸ ਦੀ ਟੇਕ ਕੇਅਰ ਕਿੱਦਾਂ ਕਰਦੇ? ਆਰ ਯੂ ਵੈਰੀ ਯੂ نو ਕੇਅਰਫੁਲ? ਸਭ ਇਹਦੀ ਲਈ ਟੇਕ ਕੇਅਰ ਕਰਨ ਲਈ ਕੁਝ ਕਰਨਾ ਨਹੀਂ ਪੈਂਦਾ ਤੁਹਾਨੂੰ। Alright. क्योंकि कर्ल्स आजकल बड़ा फैशन है ना कि कर्ल्स ਨੂੰ properly moisturize and this and that ਕਰਨਾ ਪੈਂਦਾ। ਸੋ ਮੈਂ ਕਿਹਾ ਸ਼ਾਇਦ ਤੁਸੀਂ ਵੀ ਕਰਦੇ ਹੁੰਦੇ ਹੋ। ਮਿੱਟੀ ਪਵੇ ਉਹਨਾਂ ਵਧੀਆ ਲੱਗਦੇ ਨੇ ਤਾਂ। ਅੱਛਾ ਵਿਜੇ, ਸਕਸੈਸ ਲੈਵਲਸ 8 ਸਾਲ ਇੰਡਸਟਰੀ ਦੇ ਵਿੱਚ ਬਹੁਤ ਕੁਝ ਦੇਖਿਆ, ਬਟ ਸਡਨਲੀ ਇੱਕ ਫਿਲਮ ਆਉਂਦੀ ਹੈ ਤੇ ਤੁਸੀਂ ਇੱਕ ਮੈਗਾ ਸਟਾਰ ਬਣ ਜਾਂਦੇ ਹੋ, ਰਾਈਟ? ਸੋ ਸਕਸੈਸ ਲੈਵਲਸ ਤੁਹਾਡੇ ਵਾਸਤੇ ਅਬਜ਼ਰਵ ਕਰਨਾ ਕਿੰਨਾ ਕੁ ਮੁਸ਼ਕਿਲ ਹੈ ਇਸ ਟਾਈਮ ਤੇ? ਬਿਕਾਜ਼ I mean, you are a social media star. ਤੁਹਾਡੇ photo shoots ਹੋ ਰਹੇ ਨੇ, ਤੁਹਾਡੇ magazine shoots ਹੋ ਰਹੇ ਨੇ, you're everywhere, you know, people want to be with you, they want to talk to you, you're a star. So ਇਸ ਜਿਹੜੀ stardom ਨੂੰ handle ਕਰਨਾ ਕਿੰਨਾ ਕੁ ਔਖਾ ਹੋਇਆ ਹੈ ਇਸ ਟਾਈਮ ਤੇ? ਮੈਨੂੰ ਲੱਗਦਾ ਨਹੀਂ, ਮੈਂ ਇਹ ਚੀਜ਼ ਫੀਲ ਹੀ ਨਹੀਂ ਕਰਦਾ। ਇਹ ਭਾਰ ਮੈਂ ਚੁੱਕਦਾ ਹੀ ਨਹੀਂ ਮੋਢਿਆਂ ਤੇ ਕਿ ਮੈਂ ਸਟਾਰ ਹਾਂ। ਮੈਂ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਦੱਸਦਾ ਕਿ ਸਟਾਰ ਕੁਝ ਨਹੀਂ ਹੁੰਦਾ, ਕੋਈ ਸਟਾਰ ਸਟੂਰ ਕੋਈ ਏਡੀ ਗੱਲ ਨਹੀਂ। ਸਟਾਰ ਜਦੋਂ ਤੁਸੀਂ ਜਿੰਨੇ ਹਾਲੀਵੁੱਡ ਦੇ ਵੀ ਐਕਟਰਸ ਨੇ, ਬਾਲੀਵੁੱਡ ਦੇ ਜਿੰਨੇ ਵੀ ਐਕਟਰਸ ਨੇ, ਤੁਸੀਂ ਉਹਨਾਂ ਨਾਲ ਕਦੀ ਬੈਠ ਕੇ ਗੱਲ ਕਰਦੇ ਹੋ ਨਾ, ਜਦੋਂ ਮੈਂ ਇਹ ਗੱਲ ਤਾਂ ਮੈਂ ਜਦੋਂ ਇੰਟਰਵਿਊਜ਼ ਕਰਦਾ ਹੁੰਦਾ ਸੀ ਤਾਂ ਮੇਰਾ ਉੱਥੇ ਪਰਪਸ ਇੰਟਰਵਿਊ ਕਰਨਾ ਨਹੀਂ ਹੁੰਦਾ ਸੀ। ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਹੁੰਦਾ ਸੀ ਕਿ ਯਾਰ ਤੁਸੀਂ ਸਟਾਰ ਬਣੇ ਕਿਵੇਂ? ਮੇਰਾ ਜਿੰਨੇ ਨਾਲ ਵੀ ਮੈਂ ਮਿਲਿਆ ਜਾਂ ਅਮਿਤਾਭ ਬੱਚਨ ਜੀ, ਸ਼ਾਹਰੁਖ ਖਾਨ ਜੀ, ਸਲਮਾਨ ਖਾਨ ਜੀ, ਬੇਸਿਕਲੀ ਮੈਂ ਉਹਨਾਂ ਤੋਂ ਸਿਰਫ ਇਹ ਜਾਣਨਾ ਚਾਹੁੰਦਾ ਸੀ। ਤੇ ਜਦੋਂ ਮੈਂ ਉਹਨਾਂ ਨੂੰ ਤਾਂ ਮੈਨੂੰ ਇਦਾਂ ਲੱਗਿਆ ਕਿ ਯਾਰ ਇਹ ਤਾਂ ਜਿੱਦਾਂ ਥੋੜੀ ਕਈ ਵਾਰੀ ਥੋੜੀ ਡੈਸਟਨੀ ਹੁੰਦੀ ਆ ਹਨਾ, ਰੱਬ ਤੁਹਾਨੂੰ ਡਿਸਾਈਡ ਕਰਕੇ ਭੇਜਦਾ। ਕਈ ਲੋਕ ਬਹੁਤ ਮਿਹਨਤ ਕਰਦੇ ਨੇ, ਸੋ ਦੋਨੋਂ ਰਾਹ ਪੈਰਲਲ ਹੀ ਚੱਲਦੇ ਨੇ ਹਨਾ। ਸੋ ਜਦੋਂ ਤਾਂ ਮੈਂ ਕਿਹਾ ਯਾਰ ਕਿ ਇਹਨਾਂ ਦੇ ਘਰ ਤਾਂ ਹਲੇ ਬਹੁਤ ਦੂਰ ਨੇ ਆਪਣੇ ਤੋਂ। ਇੱਥੇ ਅਮਿਤਾਭ ਬੱਚਨ ਜੀ ਬੈਠੇ ਨੇ, ਇੱਥੋਂ ਇੱਥੇ ਤੱਕ ਆਉਣ ਲਈ ਬਹੁਤ ਸਮਾਂ ਲੱਗੇਗਾ ਤੇ ਬਹੁਤ ਮਿਹਨਤ। ਜੇ ਮੈਂ ਇਸ ਕੁਰਸੀ ਤੇ ਬੈਠਾ ਥੋੜਾ ਜਿਹਾ ਇੱਕ ਕਦਮ ਚੱਲ ਕੇ ਮੈਂ ਜੇ ਇਹ ਚੀਜ਼ ਸੋਚਣ ਲੱਗ ਜਾ ਜਿਹੜੀ ਤੁਸੀਂ ਕਹਿ ਰਹੇ ਹੋ ਤਾਂ ਮੈਂ ਉਸ ਭਾਰ ਦੇ ਨਾਲ। ਸੋ ਮੈਂ ਕਦੀ ਵੀ ਨਹੀਂ ਕਰਦਾ ਕਿ ਸਟਾਰ। ਮੈਨੂੰ ਇਦਾਂ ਲੱਗਦਾ ਕਿ ਮੈਨੂੰ ਹਲੇ ਬਹੁਤ ਮਿਹਨਤ ਕਰਨ ਦੀ ਲੋੜ ਆ ਤੇ ਮੈਂ ਬਹੁਤ ਮਿਹਨਤ ਕਰੂੰਗਾ। ਜਿਹੜੇ ਪਿੰਡ ਜਿਹੜੇ ਸ਼ਹਿਰ ਚੋਂ ਮੈਂ ਨਿਕਲ ਕੇ ਆਇਆ ਉੱਥੇ 50 ਸਾਲ ਪਹਿਲਾਂ ਇਸ ਇੰਡਸਟਰੀ ਦੇ ਵਿੱਚ ਆਇਆ ਸੀ। ਸੋ ਹੁਣ ਕਿੰਨੇ ਲੋਕ ਦੇਖਦੇ ਹੋਣਗੇ, ਕਿੰਨੇ ਜਾਣਿਆਂ ਨੂੰ ਇਹ ਪਤਾ ਲੱਗੂਗਾ। ਸੋ ਇਹ ਇੱਕ ਜੋ ਪਹਿਲਾਂ ਤੁਸੀਂ 1% ਕਰਦੇ ਹੋ, ਫਿਰ ਇੱਕ ਸ਼ਹਿਰ ਨੂੰ, ਫਿਰ ਇੱਕ ਡਿਸਟ੍ਰਿਕਟ ਨੂੰ, ਫਿਰ ਤੁਸੀਂ ਪੰਜਾਬ ਨੂੰ, ਹਨਾ। ਸੋ ਹਲੇ ਪਹਿਲੀ ਪੌੜੀ ਟੱਪੀ ਆ। ਸੋ ਮੈਂ ਤਾਂ ਹਲੇ ਪੰਜਾਬ ਨੂੰ, ਫਿਰ ਪੰਜਾਬ ਤੋਂ ਬਾਅਦ ਇੰਡੀਆ। ਏਦਾਂ ਮੇਰੀ ਜ਼ਿੰਦਗੀ ਦੇ ਸਟੈਪ ਏਦਾਂ ਹੁੰਦੇ, ਏਦਾਂ ਸੋਚਦਾ ਮੈਂ। ਕਿੱਥੇ ਤੱਕ ਜਾਣਾ ਚਾਹੁੰਦੇ ਹੋ? ਵਿਜ਼ਨ ਕੀ ਹੈਗਾ? ਕਿੱਥੇ ਦੇਖਦੇ ਹੋ ਆਪਣੇ ਆਪ ਨੂੰ? ਮੈਂ ਤਾਂ ਬੰਦਾ ਨਾ ਵਿਹਲਾ ਕੁਝ ਵੀ ਦੇਖ ਸਕਦਾ, ਕਿਤੇ ਵੀ ਦੇਖ ਸਕਦਾ ਕਿ ਮੈਂ ਜਾਣਾ ਚਾਹੁੰਦਾ, ਪਰ ਮੈਂ ਪ੍ਰੈਕਟਿਸ ਰਹਿਣਾ ਚਾਹੁੰਦਾ। ਮੈਂ ਚਾਹੁੰਦਾ ਫਿਲਹਾਲ ਮੈਂ ਇਹ ਸਟੈਪ ਪਾਰ ਕੀਤਾ। ਸੋ ਹਾਲੇ ਮੇਰੀ ਇਹੀ ਕੋਸ਼ਿਸ਼ ਹੈ ਕਿ ਮੈਂ ਪੰਜਾਬੀ ਸਿਨੇਮੇ 'ਚ ਉਹ ਫਿਲਮਾਂ ਕਰਾਂ ਜਿਹੜੀਆਂ ਬਣੀਆਂ। ਸੋ ਮੈਂ ਡਰਾਂ ਨਾ, ਮੈਂ ਰਿਸਕ ਲਵਾਂ। ਮੈਂ ਇਹ ਨਾ ਸੋਚਾਂ ਕਿ ਜਿਹੜੇ ਬਾਕੀ ਸਾਰੇ ਫਿਲਮ ਕਰ ਰਹੇ ਉਹ ਵੀ ਵਧੀਆ ਗੱਲ ਆ, ਉਹਨਾਂ ਦਾ ਉਹ ਵੀ ਬਿਜ਼ਨਸ ਆ, ਉਹ ਵੀ ਜ਼ਰੂਰੀ ਆ, ਕਿਉਂਕਿ ਪ੍ਰੋਡਿਊਸਰ ਪੂਰੇ ਹੁੰਦੇ ਆ ਉਹਨਾਂ ਦੇ। ਸੋ ਪੂਰੇ ਇੱਕ ਹੀ ਜਨਰ ਫਿਲਮਾਂ ਤੋਂ ਪੂਰੇ ਹੁੰਦੇ ਆ। ਸੋ ਗਲਤ ਕੰਮ ਨਹੀਂ ਹੈ ਉਹ ਵੀ ਕਰਨਾ। ਮੈਂ ਕਰੂੰਗਾ ਕਾਮੇਡੀ ਫਿਲਮ ਵੀ, ਪਰ ਮੈਂ ਇਦਾਂ ਦੀ ਫਿਲਮ ਕਰੂੰਗਾ ਜਿਹੜੀ ਜਿੱਦਾਂ ਦੀ ਅੱਗੇ ਕਦੀ। ਸੋ ਮੇਰਾ ਫਿਲਹਾਲ ਮੈਂ ਉਹ ਸਾਰੀਆਂ ਚੀਜ਼ਾਂ ਨੂੰ ਹਜੇ ਇਨਵੈਂਟ ਕਰਾਂ ਜਿਹੜੀਆਂ ਪੰਜਾਬੀ ਸਿਨੇਮੇ 'ਚ ਨਹੀਂ ਬਣੀਆਂ, ਸੋ ਉਹਨਾਂ ਨੂੰ ਬਣਾਵਾਂ। ਮੇਰੇ ਇੰਡਸਟਰੀ ਦੇ ਵਿੱਚ ਆਉਂਦੇ ਨੇ ਉਹਨਾਂ ਲਈ ਹੋਰ ਰਾਹ ਖੁੱਲਣ। ਅੱਛਾ, ਇੱਕ ਹੋਰ ਬੜੀ ਇੰਪੋਰਟੈਂਟ ਗੱਲ ਇਹ ਹੈਗੀ ਹੈ ਕਿ ਜਦੋਂ ਕੋਈ ਆਪਣੀ ਬੈਸਟ ਪਰਫਾਰਮੈਂਸ ਦਿੰਦਾ, ਜਿੱਦਾਂ ਤੁਸੀਂ ਕਿਹਾ ਕਿ ਤੁਸੀਂ ਬਹੁਤ ਮਿਹਨਤ ਕੀਤੀ ਇਸ ਕੈਰੈਕਟਰ ਵਾਸਤੇ, ਤਾਂ ਉਹਦੀ ਅਪਰੀਸੀਏਸ਼ਨ ਕਿਸ ਤਰੀਕੇ ਨਾਲ ਤੁਹਾਨੂੰ ਦੇਖਣੀ ਅੱਛੀ ਲੱਗਦੀ ਹੈ? ਬਿਕਾਜ਼ ਇੰਡਸਟਰੀ ਦੇ ਵਿੱਚ ਤੁਸੀਂ ਵੀ ਜਾਣਦੇ ਹੋ ਅਵਾਰਡ ਕਲਚਰ ਇਹਨਾਂ ਕੋਈ ਫੁੱਲ ਪ੍ਰੂਫ ਨਹੀਂ ਹੈਗਾ ਸਾਡਾ, ਰਾਈਟ? ਸੋ ਜੇ ਤੁਸੀਂ ਆਪਣੀ ਪਰਫਾਰਮੈਂਸ ਦੀ ਇੱਕ ਅਪਰੀਸੀਏਸ਼ਨ ਲੈਣੀ ਹੋਵੇ, ਵਾਟ ਇਜ਼ ਦੀ ਬਿਗੇਸਟ ਲੈਵਲ ਆਫ ਅਪਰੀਸੀਏਸ਼ਨ? ਤੁਹਾਨੂੰ ਲੱਗਦਾ ਇਧਰੋਂ ਅਪਰੀਸੀਏਸ਼ਨ ਮਿਲ ਗਈ ਤਾਂ ਬਹੁਤ ਵਧੀਆ? ਇੱਥੋਂ ਇੰਟਰਨਲ ਗਰੋਥ। ਮੈਨੂੰ ਲੱਗਦਾ ਕਿ ਜੇ ਤੁਹਾਡਾ ਇਹ ਕਹਿੰਦਾ ਨਾ ਕਿ ਤੁਸੀਂ ਮਜ਼ਬੂਤ ਹੋ ਗਏ ਆ, ਤੁਸੀਂ ਫਿਰ ਬਾਹਰ ਵੀ ਤੁਹਾਨੂੰ ਕਹੀ ਜਾਊਗੀ ਉਹ ਤੁਹਾਡੇ ਲਈ ਮੈਟਰ ਨਹੀਂ ਕਰੂਗੀ। ਮਤਲਬ ਜਿਹੜੇ ਲੋਕੀ ਬੁਰਾ ਬੋਲਦੇ ਆ, ਸੋ ਜੋ ਇੱਥੋਂ ਗਰੋਥ, ਜਿਹੜੀ ਇੱਥੋਂ ਐਪਰੀਸ਼ੀਏਸ਼ਨ ਹੋਣੀ ਉਹ ਬਹੁਤ ਜ਼ਰੂਰੀ ਆ। ਸੋ ਇੱਥੋਂ ਐਪਰੀਸ਼ੀਏਸ਼ਨ ਬਹੁਤ ਐਕਸਪੀਰੀਅੰਸ ਚਾਹੀਦਾ, ਜਿੱਥੋਂ ਤੁਹਾਨੂੰ ਇਹ ਪਤਾ ਲੱਗਦਾ, ਇਹ ਸੈਂਸ ਆਉਂਦੀ ਆ ਕਿ ਤੁਸੀਂ ਆਪਣੀ ਜ਼ਿੰਦਗੀ 'ਚ ਸਹੀ ਕਰ ਰਹੇ ਹੋ ਕਿ ਗਲਤ ਕਰ ਰਹੇ ਹੋ। ਸੋ ਮੇਰੇ ਲਈ ਹੁਣ ਮੈਂ ਸ਼ੂਟਰ ਫਿਲਮ ਦੇ ਵਿੱਚ, ਮੈਨੂੰ ਆਪਾਂ ਜਦੋਂ ਆਪਣਾ ਕੰਮ ਕਰਦੇ ਹਾਂ ਉਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਬਹੁਤ ਸਿਰਾ ਲਾਤਾ। ਜਦੋਂ
ਤੂੰ ਕਹਿੰਦੇ ਤੇ ਯਾਰ ਬੜਾ ਘੈਂਟ ਕੰਮ ਕੀਤਾ, ਤਾਂ ਤੁਹਾਨੂੰ ਹਮ ਪਤਾ ਲੱਗਦਾ ਪਰ ਉਸੇ ਕੰਮ ਨੂੰ ਜਦੋਂ ਤੁਸੀਂ 1 ਸਾਲ ਬਾਅਦ ਦੇਖੋਗੇ ਤੁਹਾਨੂੰ ਐ ਲੱਗੂਗਾ ਯਾਰ ਨਹੀਂ ਮੈਂ ਇਸ ਤੋਂ ਵਧੀਆ ਕਰ। ਰਾਈਟ ਸੋ ਰਾਈਟ ਸਾਲ ਦੇ ਵਿੱਚ ਤੁਸੀਂ ਭਾਵੇਂ ਹੁਣ ਮੈਂ 2 ਸਾਲਾਂ ਦੀ ਕੋਈ ਫਿਲਮ ਨਹੀਂ ਕੀਤੀ, ਸ਼ੂਟਰ ਹੀ ਕੀਤੀ, ਮੈਂ ਜਦੋਂ ਸ਼ੂਟਰ ਲੱਗਦਾ ਕਿ ਮੈਂ ਜਦੋਂ ਸ਼ੂਟਰ 2 ਬਣਾਉਂਗਾ ਤੇ ਮੈਂ ਇਹਦੇ ਚ ਬਹੁਤ ਘੈਂਟ ਕੰਮ ਕਰੂੰਗਾ। ਸੋ ਉਹਦੇ ਵਿੱਚ ਅੱਛਾ ਮੈਂ ਹੈਗਾ ਪਲਾਨ? ਹਾਂਜੀ ਹਾਂਜੀ ਬਿਲਕੁਲ ਪਲਾਨ ਹੈ। ਸੋ ਮੈਂ ਇਸ ਕਰਕੇ ਮੈਂ ਕੋਈ ਫਿਲਮ ਨਹੀਂ ਕੀਤੀ, ਪਰ ਮੈਂ ਇੰਟਰਨਲੀ ਗਰੋ ਇਸ ਕਰਕੇ ਕੀਤਾ, ਇੰਟਰਨਲ ਗਰੋ ਹੋਇਆ ਤਾਂ ਮੈਂ ਦੂਜੀ ਫਿਲਮ 'ਚ ਹੋਰ ਵਧੀਆ ਕਰੂੰਗਾ। ਸੋ ਮੈਨੂੰ ਲੱਗਦਾ ਸਭ ਤੋਂ ਇੰਪੋਰਟੈਂਟ ਹੈ ਤੁਹਾਡੇ ਅੰਦਰੋਂ ਆਉਣੀ ਚਾਹੀਦੀ ਆ, ਜਿਹਦੇ ਕਰਕੇ ਤੁਸੀਂ ਆਪਣੀ ਜ਼ਿੰਦਗੀ ਕਿਸੇ ਵੀ ਮੁਕਾਮ ਤੇ ਕਿਸੇ ਵੀ ਜਗ੍ਹਾ ਤੇ ਤੁਸੀਂ ਪਹੁੰਚ ਸਕਦੇ, ਕੋਈ ਵੀ ਕੰਮ ਕਰਦੇ ਹੋਏ। ਐਂਡ ਹਾਊ ਅਬਾਊਟ ਕ੍ਰਿਟਿਸਿਜ਼ਮ? ਜੇ ਕੋਈ ਤੁਹਾਡੀ ਪਰਫਾਰਮੈਂਸ ਦੀ ਕ੍ਰਿਟਿਸਿਜ਼ਮ ਕਰਦਾ ਤਾਂ ਕਿਸ ਲੈਵਲ ਤੱਕ ਤੁਹਾਨੂੰ ਬਰਦਾਸ਼ਤ ਹੋ ਜਾਂਦੀ ਹੈ? ਮੈਂ ਤੁਹਾਨੂੰ, ਤੁਸੀਂ ਮੈਨੂੰ ਇੱਕ ਗੱਲ ਪੁੱਛੀ ਸੀ ਅੱਗੇ, ਤੁਸੀਂ ਕਿਹਾ ਕਿ ਜਿਹੜੀ ਉਂਗਲਾਂ ਕਰਨ ਵਾਲੀ ਗੱਲ ਹੈ ਕਿ ਇੰਡਸਟਰੀ ਦੇ ਵਿੱਚ ਬੜੀ ਪੁਰਾਣੀ ਹੈ। ਸੋ ਮੈਂ ਤੁਹਾਨੂੰ ਕਿਹਾ ਕਿ ਤੁਹਾਨੂੰ ਸਟਰੋਂਗ ਬਣਾਉਂਦੀ ਆ। ਸੋ ਕ੍ਰਿਟਿਸਿਜ਼ਮ ਮੈਂ ਬਹੁਤ ਫੇਸ ਕੀਤਾ। ਕ੍ਰਿਟਿਸਿਜ਼ਮ ਸ਼ੁਰੂ ਕਿੱਥੋਂ ਹੁੰਦਾ? ਕ੍ਰਿਟਿਸਿਜ਼ਮ ਲੋਕਾਂ ਨੂੰ ਤੁਹਾਡੇ ਆਲੇ ਦੁਆਲੇ ਜਿਹੜੇ, ਜਿੱਦਾਂ ਹੁਣ ਆਪਾਂ, ਮੈਂ ਇੰਡਸਟਰੀ ਦਾ ਪਾਰਟ ਆ, ਇੱਥੋਂ ਹੀ ਸ਼ੁਰੂ ਹੁੰਦੀ। ਜਦੋਂ ਮੈਂ ਸ਼ੋਅ ਸ਼ੁਰੂ ਤਾਂ ਮੈਂ 2 ਗਾਣੇ 4 ਗਾਣੇ ਕੀਤੇ ਸੀ ਹਨਾ, ਸੋ ਉਦੋਂ ਕਹਿਣ ਲੱਗੇ ਸੀ ਗਾਣੇ ਕਰਨੀ ਚਾਹੀਦੇ, ਗਾਣੇ ਨਹੀਂ ਕਰਨੇ ਚਾਹੀਦੇ, ਚੇਂਜ ਹੋਣੀ ਲੱਗੀ, ਫਿਰ ਫਿਲਮ ਕਰਨ ਲੱਗ ਗਏ, ਇਹਨੂੰ ਫਿਲਮ ਨਹੀਂ ਕਰਨੀ ਚਾਹੀਦੀ। ਬੇਸਿਕਲੀ ਇਹ ਮੇਰੇ ਨਾਲ ਜੁੜੀਆਂ, ਮੈਂ ਇਹਨੂੰ ਨੈਗੇਟਿਵ ਨਹੀਂ ਲੈਂਦਾ, ਮੈਂ ਕਹਿੰਦਾ ਕਿ ਓਪਰਚੁਨਿਟੀ ਆ ਕਿ ਇੱਥੋਂ ਸਿੱਖ। 5 ਸਾਲ ਬਾਅਦ ਕੋਈ ਕ੍ਰਿਟਿਸਿਜ਼ਮ, ਤੈਨੂੰ ਤੇਰਾ ਐਕਸਪੀਰੀਅੰਸ ਹੋ ਗਿਆ ਹੋਊਗਾ। ਮੈਨੂੰ ਲੱਗਦਾ ਕਿ ਇਹ ਸਟਰੋਂਗ ਬਣਾਉਂਦੀਆਂ ਨੇ। ਮੈਂ ਇਹਨਾਂ ਨੂੰ ਇਹ ਦਿਲ ਦਿਮਾਗ ਤੇ ਨਹੀਂ ਲੈਂਦਾ। ਮੇਰਾ ਜਿਹੜਾ ਫੋਕਸ ਆ, ਮੇਰਾ ਜਿਹੜਾ ਕੰਮ, ਉਹ ਧਿਆਨ ਹੀ ਰਹਿਣਾ ਚਾਹੀਦਾ। ਅੱਛਾ ਵਿਜੇ, ਤੁਸੀਂ ਇੱਕ ਸਾਈਨਡ ਆਰਟਿਸਟ ਹੈਗੇ ਹੋ ਗੀਤ MP3 ਦੇ ਨਾਲ, ਕਿਆ ਤੁਸੀਂ ਉਹਨਾਂ ਦੇ ਐਕਸਕਲੂਸਿਵ ਆਰਟਿਸਟ ਹੈਗੇ ਹੋ? ਗੀਤ MP3 ਮੇਰੀ ਜ਼ਿੰਦਗੀ 'ਚ ਬਹੁਤ ਮੇਜਰ ਰੋਲ ਪਲੇ ਕਰਦੀ, ਕਿਉਂਕਿ ਗੀਤ MP3 ਜਿਹੜੇ ਓਨਰ ਆ ਉਹ KV ਆ। ਸੋ KV ਤੇ ਮੈਂ ਆਲਮੋਸਟ 2012 ਚ ਮਿਲੇ ਸੀ। KV ਇੱਕ ਜਗ੍ਹਾ ਤੇ ਜੌਬ ਕਰਦਾ, ਜਿੱਥੇ ਜੌਬ ਕਰਦਾ ਸੀ ਉਹਦੀ ਬੇਸਮੈਂਟ 'ਚ ਮੈਂ ਆਪਣਾ YouTube ਦਾ ਇੱਕ ਸ਼ੋਅ ਬਣਾਉਂਦਾ ਸੀ। ਔਰ ਵਿੰਦਰ ਭਾਜੀ ਨੇ ਮੈਨੂੰ ਦੱਸਿਆ ਸੀ ਕਿ ਅਸੀਂ ਉਹ ਜਦੋਂ ਸ਼ੋਅ ਬਣਾਉਣਾ ਸ਼ੁਰੂ ਕੀਤਾ ਤਾਂ ਮੈਨੂੰ ਭਾਜੀ ਨੇ ਕਿਹਾ ਕਿ ਉੱਤੇ ਇੱਕ ਸਰਦਾਰ ਮੁੰਡਾ, ਉਹਦੇ ਕੋਲ 2-3 ਪੇਜ ਨੇ, ਸੋ ਤੂੰ ਉਸ ਬੰਦੇ ਕੋਲ ਚਲੇ ਜਾ, ਤੇਰੀ ਹੈਲਪ ਕਰ ਦੂਗਾ, ਮਤਲਬ ਉਹ ਸ਼ੇਅਰ ਕਰ। ਤਾਂ ਮੈਂ ਆ ਕੇ ਉਹ 'ਚ ਮੈਂ ਰਿਵਿਊਜ਼ ਦਿੰਦਾ ਹੁੰਦਾ ਸੀ। ਉਹਦਾ ਨਾਮ ਸੀ BJ ਟਾਕੀਜ਼। ਸੋ ਮੈਂ KV ਕੋਲ, ਤੁਸੀਂ ਆ ਸ਼ੇਅਰ ਕਰ ਦੋਗੇ? ਇਹ ਫਸਟ ਮੀਟਿੰਗ ਸੀ ਉਹਦੇ ਨਾਲ, ਤਾਂ ਉਹ ਕਹਿੰਦਾ ਹਾਂ ਕਰ ਦੂੰਗਾ। ਤਾਂ ਉੱਥੋਂ ਮੇਰੀ ਉਹਦੀ ਹੋਈ, ਫਿਰ ਉਹਨੇ ਆਪਦਾ ਕੰਮ ਕੀਤਾ, ਮੈਂ ਆਪਦਾ ਕੀਤਾ, ਤੇ ਗੀਤ MP3 ਤਾਂ ਉਸ ਤੋਂ 5 ਸਾਲ ਬਾਅਦ 2016 ਚ 4 ਸਾਲ ਬਾਅਦ ਸ਼ੁਰੂ ਹੋਈ। ਸੋ ਉਦੋਂ ਤੱਕ ਤਾਂ ਅਸੀਂ ਬਹੁਤ ਵਧੀਆ ਫਰੈਂਡ ਸੀਗੇ। ਸੋ ਹਾਂ, ਉਹ ਮੇਰੇ ਲਈ ਬਹੁਤ ਮੇਜਰ ਰੋਲ ਪਲੇ ਕਰਦੀ ਆ, ਤੇ ਮੈਨੂੰ ਇਸ ਚੀਜ਼ 'ਚ ਕੋਈ ਦੁੱਖ ਨਹੀਂ ਹੋਊਗਾ, ਕਿਉਂਕਿ ਮੈਂ ਹਰ ਗੱਲ ਅਸੀਂ ਡਿਸਾਈਡ ਕਰਕੇ ਦੋਵੇਂ ਜਾਣੇ ਆਪਸ 'ਚ, ਭਰਾ ਦੋਵੇਂ, ਫੇਰ ਹੀ ਸਟੈਪ ਲੈਂਦੇ ਆ ਜ਼ਿੰਦਗੀ ਦੇ ਵਿੱਚ। ਮੇਰੇ ਨਾਲ ਹਮੇਸ਼ਾ ਸਾਰੀ ਜ਼ਿੰਦਗੀ ਰਹੂਗਾ, ਮਤਲਬ ਗੀਤ MP3 ਨਾ ਤਾਂ ਵੀ ਮੇਰੇ ਨਾਲ ਹੀ ਰਹਿਣਾ ਸੀ। ਸੋ ਉਹ ਕੰਪਨੀ ਆ। ਸੋ ਮੈਨੂੰ ਏਦਾਂ ਲੱਗਦਾ ਕਿ ਉਹ ਮੇਰਾ ਘਰ ਹੀ ਆ। ਸੋ ਏਦਾਂ ਕਹਿਣਾ ਸਾਈਨ ਆ, ਏਦਾਂ ਕਹਿਣਾ ਜ਼ਰੂਰੀ ਹੋਊਗਾ ਕਿ ਉਹ ਤੋਂ ਬਿਨਾ ਮੈਂ, ਉਹਨਾਂ ਦੀ ਸਾਰੀਆਂ ਗੱਲਾਂ ਆਪਣੇ ਨਾਲ ਹੀ ਨੇ। ਕਿਉਂਕਿ ਅਸੀਂ ਜਦੋਂ ਵੀ ਸੋਸ਼ਲ ਮੀਡੀਆ ਦੇਖਦੇ ਹਾਂ ਜਾਂ ਕੋਈ ਵੀ ਤੁਹਾਡਾ ਸੋਸ਼ਲ ਮੀਡੀਆ ਦੇਖਦਾ ਹੈ, ਤਾਂ ਤੁਸੀਂ ਜਸ, ਵੱਡਾ ਗਰੇਵਾਲ, ਗੁਰੀ, ਆਲ ਥੀਸ ਪੀਪਲ, ਤੁਸੀਂ ਸਾਰੇ ਟਾਈਮ ਘੁੰਮ ਰਹੇ ਹੁੰਦੇ ਹੋ ਇੱਧਰ ਉੱਧਰ। ਸੋ ਤੁਸੀਂ ਘੁੰਮ ਰਹੇ ਹੁੰਦੇ ਹੋ ਜਾਂ ਤੁਸੀਂ ਸ਼ੂਟ ਕਰ ਰਹੇ ਹੁੰਦੇ ਹੋ? ਤੁਸੀਂ ਕੀ ਕਰ ਰਹੇ ਹੁੰਦੇ ਹੋ? ਨਹੀਂ, ਜਦੋਂ ਘੁੰਮਣ ਜਾਂਦੇ ਹੋ ਤਾਂ ਘੁੰਮਦੇ ਹੁੰਦੇ, ਸ਼ੂਟ ਤਾਂ ਸਾਰਿਆਂ ਦਾ ਵੱਖਰਾ ਵੱਖਰਾ ਹੁੰਦਾ। ਮੈਨੂੰ ਲੱਗਦਾ ਕੋਈ ਇਦਾਂ ਦਾ ਸਾਰੇ ਜਾਣੇ ਸੀ, ਸਾਰਿਆਂ ਦਾ ਸੈਪਰੇਟ ਕੰਮ ਆ। ਗੁਰੀ ਦੇ ਆਪਦੇ ਗਾਣੇ ਨੇ, ਮਾਨਕ ਦੇ ਆਪਣੇ ਨੇ, ਮਾਣਾ ਮੇਰੇ ਆਪਣੇ। ਦੇਖਿਓ, ਨੋਟਿਸ ਕਰਿਓ ਕਿ ਗੀਤ MP3 ਮੈਨੂੰ ਲੱਗਦਾ YouTube ਚੈਨਲ ਆ, ਤੇ ਪਿਛਲੇ 4 ਸਾਲਾਂ 'ਚ ਮੇਰੇ ਸਿਰਫ ਉੱਥੇ 2 ਹੀ ਗਾਣੇ ਨੇ, ਇੱਕ ਪੈਗ ਤੇ ਇੱਕ। ਸੋ ਉਹ ਇਦਾਂ ਦਾ ਮੇਰੇ ਨਾਲ ਇਦਾਂ ਦਾ ਰਿਲੇਸ਼ਨ ਨਹੀਂ ਹੈ ਕਿ ਜਿੱਦਾਂ ਕਿ ਬੈਕ ਟੂ ਬੈਕ ਅਸੀਂ ਚੀਜ਼ਾਂ ਕਰ ਰਹੇ ਹਾਂ, ਪਰ ਉਹ ਮੇਰੀ ਜ਼ਿੰਦਗੀ 'ਚ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਨੇ। ਮਤਲਬ ਗੀਤ MP3 ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ, ਪਰ ਸਾਰਿਆਂ ਦਾ ਆਪਣਾ ਆਪਣਾ ਕੰਮ ਆ। ਪਰ ਜਦੋਂ ਜਾਂਦੇ ਹੋ ਤੁਸੀਂ ਇਕੱਠੇ, ਕਿਉਂਕਿ ਸਾਰੇ ਪੁਰਾਣੇ ਜਾਣਦੇ ਆ। ਈਵਨ 2016 ਤੋਂ ਬਾਅਦ ਜਾਣਨ ਲੱਗੇ, ਜਿਹੜਾ ਵੱਡਾ ਉਹ ਬਹੁਤ ਪੁਰਾਣਾ ਹੈ, ਉਹ ਵੀ 10 ਸਾਲ ਪੁਰਾਣਾ ਹੀ ਹੈ। 10 ਸਾਲ ਹੋਰ ਹੈ ਸਾਡੇ ਨਾਲ, ਉਹ ਵੀ 10 ਸਾਲ ਪੁਰਾਣਾ ਹੀ ਹੈ। ਸੋ ਅਸੀਂ ਬਹੁਤ ਪੁਰਾਣੇ, ਕੰਪਨੀ ਬਾਅਦ 'ਚ ਬਣੀ ਤੇ ਬਾਅਦ 'ਚ ਚੱਲੀ। ਅੱਛਾ, ਠੀਕ ਹੈ। ਅੱਛਾ, ਇੱਕ ਸਵਾਲ, ਜਦੋਂ ਤੁਸੀਂ ਐਂਕਰਿੰਗ ਕਰਦੇ ਸੀਗੇ ਤਦੋਂ ਆਈ ਐਮ ਸ਼ੋਰ ਕਿ ਜਦੋਂ ਲੋਕੀ ਤੁਹਾਡੇ ਨਾਲ ਗੱਲ ਕਰਦੇ ਸੀ, ਪੁੱਛਦੇ ਹੋਣੇ ਬੇਟਾ ਕੀ ਕਰਦੇ ਹੋ, ਤੁਸੀਂ ਕਹਿੰਦੇ ਜੀ ਮੈਂ TV ਸ਼ੋਅ ਹੋਸਟ ਕਰਦਾ ਹਾਂ। ਅੱਛਾ, ਵੈਸੇ ਕੀ ਕਰਦੇ ਹੋ? ਇਹ ਤਾਂ ਤੁਸੀਂ ਹੌਬੀ ਕਰਦੇ ਹੋਣੇ ਹੋ, ਵੈਸੇ ਕੀ ਕਰਦੇ ਹੋ? ਹੁਣ ਕਦੀ ਹੋਇਆ ਤੁਸੀਂ ਦੱਸਿਆ ਹੋਵੇ ਕਿ ਜੀ ਮੈਂ ਐਕਟਰ ਹੈਗਾ? ਅੱਛਾ ਬੇਟਾ, ਨਹੀਂ ਵੈਸੇ ਕੀ ਕਰਦੇ ਹੋ? ਐਕਟਿੰਗ ਤਾਂ ਸ਼ੌਂਕ ਹੀ ਆ। ਕਦੀ ਹੋਇਆ ਏਦਾਂ? ਨਹੀਂ, ਪਹਿਲਾਂ ਹੁੰਦਾ ਸੀ ਕਿ ਕੀ ਕਰਦੇ ਨੇ, ਉਦੋਂ ਨਾ ਮੈਂ ਕਰਦਾ ਹੁੰਦਾ ਸੀ, ਤੇ ਮੈਂ BDS ਕੀਤੀ ਆ, ਬੈਚਲਰ ਆਫ ਡੈਂਟਲ ਸਰਜਰੀ, ਕਿਉਂਕਿ ਮੇਰੇ ਮੰਮੀ ਡੈਡੀ ਉਦੋਂ ਇਹ ਦੇ ਦਿੰਦੇ ਸੀ ਡਾਕਟਰ ਬਣਾਉਣਾ। ਮੈਂ ਕਿਹਾ ਠੀਕ ਕਰਨਾ, ਤੇ ਜਿਹੜੀ ਚੀਜ਼
ਚਾਹੁੰਦਾ ਮੈਂ ਉਹ ਵੀ ਨਾਲ ਕਰਾਂ। ਸੋ ਬੇਸਿਕਲੀ ਮੈਂ ਟੀਵੀ ਲਈ ਟਰਾਈ ਕਰਦਾ ਸੀ ਤੇ ਸ਼ੁਰੂ ਕੀਤਾ YouTube ਤੋਂ ਹਨਾ, ਇਦਾਂ ਚੀਜ਼ਾਂ ਸ਼ੁਰੂ ਹੋਈਆਂ ਸੀ ਸਾਡੀਆਂ। ਸੋ ਉਦੋਂ ਲੋਕਾਂ ਨੂੰ ਲੱਗੇ ਸੀ ਕਿ ਮੁੰਡਾ ਟੀਵੀ ਤੇ ਆਉਂਦਾ ਉਸ ਜਦੋਂ ਮੇਰਾ ਉਸ ਤੋਂ ਬਾਅਦ ਹਨਾ। ਸੋ ਇਦਾਂ ਮੈਨੂੰ ਕੋਈ ਇਦਾਂ ਕਦੀ ਕਿਸੇ ਨੇ ਆ ਕੇ ਕਿਹਾ ਨਹੀਂ ਕਿ ਤੁਸੀਂ ਕੀ ਕਰਦੇ ਹੋ ਬੇਟਾ ਜਾਂ ਇਦਾਂ ਦੀ ਕੋਈ ਗੱਲ। ਪਹਿਲਾਂ ਐਪਰੀਸ਼ੀਏਟ ਕਰ ਦਿੰਦੇ ਨੇ, ਕਹਿ ਦਿੰਦੇ ਨੇ ਕਿ ਹਾਂਜੀ ਇਹਨਾਂ ਦਾ ਬੇਟਾ ਜੀ ਟੀਵੀ ਤੇ ਆ। ਸੋ ਮੈਨੂੰ ਲੱਗਦਾ ਹੁਣ ਲੋਕ ਸਿਆਣੇ ਨੇ, ਉਹਨਾਂ ਨੂੰ ਪਤਾ ਹੈ ਕਿ ਮਤਲਬ ਇਹਦੀ ਰਾਈਟ। ਅੱਛਾ, ਸ਼ੂਟਰ ਵਾਸਤੇ ਕਿਹੜੀ ਖਾਸ ਤਿਆਰੀ ਕੀਤੀ? ਯੂ ਵਰਕਡ ਔਨ ਯਰ ਬੋਡੀ, ਯੂ ਵਰਕਡ ਔਨ ਯਰ ਲੁੱਕ, ਵਾਟ ਅਦਰ ਥਿੰਗਸ ਡਿਡ ਯੂ ਵਰਕ ਔਨ? ਸ਼ੂਟਰ ਲਈ ਮੈਂ ਤਿਆਰੀ ਇਦਾਂ ਕੀਤੀ ਕਿ ਸ਼ੂਟਰ ਲਈ ਸਭ ਤੋਂ ਪਹਿਲਾਂ ਤਾਂ ਆਪਣਾ weight loss ਕਰਨਾ ਸੀ। ਉਹ weight loss ਟ੍ਰਾਂਸਫੋਰਮੇਸ਼ਨ ਤੁਹਾਡੀ ਬੋਡੀ ਦੇ ਵਿੱਚ ਜਿਹੜੀ ਹੋਣੀ ਚਾਹੀਦੀ ਉਹ ਕਰੈਕਟਰ ਲਈ। ਦੈਨ ਉਸ ਤੋਂ ਬਾਅਦ ਅਸੀਂ ਲੁੱਕ ਟੈਸਟ ਕੀਤਾ। ਲੁੱਕ ਟੈਸਟ ਦੇ ਵਿੱਚ ਸਾਡਾ ਟਾਈਮ ਲੱਗਿਆ ਕਿਉਂਕਿ ਟੈਨ ਕਰਨਾ ਸੀ, ਉਹਨੂੰ ਟੈਨ ਟੋਨ ਡਾਊਨ ਜਾਣਾ ਸੀ, 6 ਟੋਨ ਨਾਲ ਥੱਲੇ ਜਾਣਾ ਸੀ। ਤਾਂ ਉਹਦੇ ਲਈ ਫਿਰ ਉਹ ਡੇਲੀ ਮੇਕਅਪ ਹੁੰਦਾ ਸੀ, 1.5-2 ਘੰਟੇ ਲੱਗਦੇ ਆ ਰੰਗ ਨੂੰ ਕਾਲਾ ਕਰਨ ਲਈ। ਤੋਂ ਇਹ ਕੀਤਾ ਸੀ ਪਹਿਲਾਂ। ਫਿਰ ਉਸ ਤੋਂ ਬਾਅਦ ਜਿਹੜੇ ਵਾਲ ਸੀਗੇ ਉਹ ਸਟ੍ਰੇਟ ਕਰਨੇ ਸੀ ਕਿਉਂਕਿ ਵਾਲ ਥੋੜੇ ਜਿਹੇ ਵਧਾਉਣੇ ਸੀ। ਜੋ ਫਿਲਮ ਸ਼ੁਰੂ ਹੋਈ ਉਦੋਂ ਵਾਲ ਥੋੜੇ ਛੋਟੇ ਸੀ, ਫਿਰ ਜਲਦੀ ਚ ਵੱਡੇ ਹੋ ਗਏ। ਸੋ ਉਹ ਲੁੱਕ ਉਦੋਂ ਟੈਸਟ ਕਰਕੇ ਤੇ ਹੋਰ ਕੋਈ ਮੇਜਰ ਟ੍ਰਾਂਸਫੋਰਮੇਸ਼ਨ ਵਿੱਚ ਕੋਈ ਨਹੀਂ ਕੀਤੀ, ਇੰਟਰਨਲੀ ਕੀਤੀ ਕਿ ਉਸ ਫਿਲਮ ਕਰੈਕਟਰ ਨੂੰ ਤੁਰੂਗਾ ਕਿਵੇਂ, ਕਰੂਗਾ, ਬੋਲੂਗਾ ਕਿਵੇਂ, ਹੱਥ ਕਿੱਦਾਂ ਦੇ ਹੋਣਗੇ। ਜਿੱਦਾਂ ਮੈਂ ਹੁਣ ਗੱਲ ਕਰਦਾ ਤੁਹਾਡੇ ਨਾਲ ਹੱਥ ਹਿਲਾ ਰਿਹਾ, ਉਸ ਫਿਲਮ 'ਚ ਨਹੀਂ ਹਿਲਾਉਂਦਾ। ਸੋ ਇਹ ਮੇਰਾ ਉਸ ਕਰੈਕਟਰ ਦੀ ਨਹੀਂ, ਮੇਰੇ ਫੋਨ 'ਚ ਨੋਟਸ 'ਚ ਲਿਖੀ ਹੁੰਦੀ ਸੀ ਕਿ ਉਹ ਜੇਬ 'ਚ ਹੱਥ ਕਿਵੇਂ ਪਾਊਗਾ, ਇੰਨੀ ਡਿਟੇਲ ਕੀ ਪਸੰਦ ਕਰਦਾ। ਜਿਹੜੀਆਂ ਚੀਜ਼ਾਂ ਤੁਹਾਨੂੰ ਫਿਲਮ 'ਚ ਦਿਖਣੀਆਂ ਵੀ ਨਹੀਂ ਗਈਆਂ, ਉਹ ਬੈਕ ਆਫ ਦਾ ਸੀਗੀਆਂ। ਸੋ ਉਹ ਡੇਲੀ ਉੱਤੇ ਇੱਕ ਚੀਜ਼ਾਂ ਕਰਕੇ ਮਤਲਬ ਉਹਨੂੰ ਕੀਤਾ ਤਿਆਰ। ਤੇ ਇਸ ਦੌਰਾਨ ਜਦੋਂ ਤੁਹਾਡੇ ਡਾਇਰੈਕਟਰ ਡੂਓ ਜਦੋਂ ਵਿੱਚ ਤੁਹਾਨੂੰ ਇੱਕ ਸਲਾਹ ਦਿੰਦੇ ਹੁੰਦੇ ਸੀ ਤਾਂ ਉਹਨਾਂ ਦੇ ਵਿੱਚ ਕੋਈ ਕਨਫਲਿਕਟ ਆਇਆ ਕਿ ਨਹੀਂ ਯਾਰ ਇਹ ਠੀਕ ਕਰ ਰਿਹਾ, ਨਹੀਂ ਯਾਰ ਇਦਾਂ ਹੋਣਾ ਚਾਹੀਦਾ ਹੈ, ਜਾਂ ਤੁਸੀਂ ਇਦਾਂ ਬੋਲ ਰਹੇ ਹੋ ਤੇ ਉਹ ਕਹਿ ਰਹੇ ਨਹੀਂ ਵੀ ਜੇ ਇਦਾਂ ਨਹੀਂ, this is how it has to be done, ਤੇ ਤਾਂ ਹੋ ਨਹੀਂ ਰਿਹਾ, ਪ੍ਰੈਕਟਿਸ ਕਰ? did anything like that happen? ਨਹੀਂ, ਉਹ ਬੜੇ ਘੈਂਟ ਬੰਦੇ ਨੇ, ਇਨਸਾਨ ਬਹੁਤ ਵਧੀਆ ਨੇ, ਇਦਾਂ ਦੀ ਨਹੀਂ ਕੋਈ ਗੱਲ ਸੀ। ਮੈਂ ਜਿਹੜੀ ਚੀਜ਼ ਸਹੀ ਹੋਵੇ, ਜਿਹੜੀ ਸਹੀ ਹੋਵੇ ਉਹਨੂੰ ਐਗਰੀ ਕਰਦੇ, ਜਿਹੜੀ ਉਹਨਾਂ ਦੀ ਹੋਵੇ ਮੈਂ ਉਹਨਾਂ ਨੂੰ ਕਹਿ ਦਿੰਦਾ ਕਿ ਆਹ ਤੁਸੀਂ ਸਹੀ ਦੱਸਿਆ। ਅਸੀਂ ਕੋਈ ਡਾਇਲੋਗ ਆ, ਉਹ ਲੱਕੜ ਦੇ ਬਾਲੇ ਵਾਲਾ ਡਾਇਲੋਗ ਮੌਕੇ ਤੇ ਬਣਿਆ ਸੀ, ਗੁਰਪ੍ਰੀਤ ਭੁੱਲਰ ਨੇ ਲਿਖਿਆ ਸੀ। ਉਹ ਅਗਲਾ ਕਹਿੰਦਾ, ਦੂਸਰਾ ਉਹ ਕਹਿੰਦਾ ਕਿ ਲੱਕੜ ਦੇ ਬਾਲੇ ਵਰਗਾ ਸਰੀਰ ਆ, ਆਕੜ ਦੇਖ ਲੈ ਕਿੰਨੀ ਚੱਕੀ ਫਿਰਦਾ। ਸੋ ਜਿਹੜਾ ਸੁੱਚਾ ਆ ਉਹਦਾ ਡਾਇਲੋਗ ਕੁਝ ਹੋਰ। ਸੋ ਮੈਂ ਦਿਲਸ਼ੇਰ ਨੂੰ ਕਹਿੰਦਾ ਕਿ ਦਿਲਸ਼ੇਰ ਇੱਥੋਂ ਗੱਲ ਨਾ ਆਪਾਂ ਨੂੰ ਲੱਕੜ ਦੇ ਬਾਲੇ ਤੋਂ ਹੀ ਸ਼ੁਰੂ ਕਰਨੀ ਚਾਹੀਦੀ ਹੈ। ਜਦੋਂ ਬੰਦੇ ਨੇ ਆਪਾਂ ਨੂੰ ਕੋਈ ਕੁਐਸਚਨ ਕੀਤਾ ਉਹਦਾ ਜਵਾਬ ਉਹਦੇ ਕੁਐਸਚਨ ਤੋਂ ਸ਼ੁਰੂ ਹੋਣਾ ਚਾਹੀਦਾ। ਸੋ ਕਹਿੰਦਾ ਹਾਂ। ਫਿਰ ਅਸੀਂ ਗੁਰਪ੍ਰੀਤ ਜਿਹੜੇ ਵੀਰ ਜਨਰਲ ਉਹਨਾਂ ਨੂੰ ਕਿਹਾ ਤੇ ਉਹਨਾਂ ਨੇ ਮਤਲਬ ਮੈਨੂੰ ਲੱਗਦਾ 2 ਮਿੰਟ 'ਚ ਹੀ ਗੱਲ ਲਿਖ ਕੇ ਭੇਜਤੀ ਸੀ। ਸਾਡੀ ਹੁਣ ਅੰਦਰੋਂ ਵੀ ਫੀਲ ਹੋ ਜਾਂਦਾ ਕਿ ਆਹ ਸਹੀ ਹੈ। ਐਜ਼ ਡਾਇਰੈਕਟਰ ਤੁਸੀਂ ਉਹਨਾਂ ਨੂੰ ਕਿੱਦਾਂ ਦੇਖਦੇ ਹੋ? ਕਿਉਂਕਿ ਉਹਨਾਂ ਦੇ ਵਾਸਤੇ ਵੀ ਇੱਕ ਡੈਬਿਊ ਪ੍ਰੋਜੈਕਟ ਸੀਗਾ। ਸੋ ਐਜ਼ ਡਾਇਰੈਕਟਰਸ ਤੁਸੀਂ ਉਹਨਾਂ ਨੂੰ ਕਿੱਦਾਂ ਦੇਖਦੇ ਹੋ, ਕਿੱਥੇ ਰੇਟ ਕਰਦੇ ਹੋ? ਆਬਵੀਅਸਲੀ ਮੈਂ ਉਹਨਾਂ ਨੂੰ ਘੈਂਟ ਹੀ ਮੰਨਦਾ ਹਾਂ, ਤਾਂ ਉਹਨਾਂ ਨਾਲ ਡੈਬਿਊ ਫਿਲਮ ਕੀਤੀ, ਉਹ ਮੇਰਾ ਉਹਨਾਂ ਦੇ ਟਰਸਟ ਸੀ। ਮੈਨੂੰ ਇਦਾਂ ਲੱਗਦਾ ਕਿ ਡਾਇਰੈਕਟਰ ਹੋਣੀ ਬੜੀ ਜ਼ਰੂਰੀ ਹੈ। ਤੁਹਾਨੂੰ ਇਹ ਪਤਾ ਹੋਣਾ ਬਹੁਤ ਇੰਪੋਰਟੈਂਟ ਹੈ ਕਿ ਸਹੀ ਕੀਤੇ ਜਿੰਨੇ ਸੋ ਉਹਨਾਂ ਨੂੰ ਹੈਗੀ ਆ ਉਹ। ਤੇ ਫਿਰ ਅਸੀਂ ਸ਼ੂਟਿੰਗ ਵੀ ਮੈਨੂੰ ਐ ਲੱਗਦਾ ਸੀ ਜਿੱਦਾਂ ਉਹਦੇ 'ਚ ਕਈ ਸੀਨ ਨੇ, ਉਹ ਇੱਕ ਸੀਨ ਆ ਉਹਦੇ 'ਚ ਉਹ ਕਹਿੰਦਾ ਕਿ ਇਹ ਲੜਾਈ ਨਹੀਂ, ਹੁਣ ਜੰਗ ਬਣ ਗਈ ਹੈ, ਇਹ ਜੰਗ ਹੁਣ ਆਪਾਂ ਜਿੱਤ। ਇਹ ਸ਼ੂਟ ਕਰਦੇ ਹੋਏ ਮੇਰੀਆਂ ਹਲਕਾ ਜਿਹਾ ਪਾਣੀ ਆ। ਤੇ ਉਹਨਾਂ ਨੇ ਜਦੋਂ ਸ਼ੂਟ ਕੀਤਾ, ਉਹ ਜੇ ਉਸ ਜਗ੍ਹਾ ਤੇ ਉਹ ਲੱਗਦਾ ਤਾਂ ਉਹ ਸਾਰਾ ਸੀਨ ਖਰਾਬ ਹੋ ਜਾਣਾ ਸੀ। ਸੋ ਮਤਲਬ ਕਾਫੀ ਯਾਨੀ ਸਟਾਰਡਮ, ਮੈਂ ਤੁਹਾਨੂੰ ਅਗੇਨ ਕਹੂੰਗੀ ਇਸ ਫਿਲਮ ਨੇ ਤੁਹਾਨੂੰ ਕਾਫੀ ਸਟਾਰਡਮ ਦਿੱਤੀ ਹੈ। ਸੋ ਬੀਜੇ ਰੰਧਾਵਾ ਸਡਨਲੀ ਜੇ ਰੰਧਾਵਾ ਬਣ ਗਏ ਸੀ। ਅੱਛਾ, ਇਹ ਵੀ ਮੈਨੂੰ ਦੱਸੋ ਕਿ ਬੀਜੇ ਜਾਂ ਜੇ, ਵਾਟ ਡੂ ਯੂ ਪ੍ਰੈਫਰ? ਕਿ ਕਿਉਂ ਨਾਮ ਕਿਉਂ ਚੇਂਜ ਕਰਿਆ? ਅੱਛਾ, ਇਦਾਂ ਹੁੰਦਾ ਨਾ ਜਦੋਂ ਸ਼ੁਰੂ ਤੋਂ ਚੀਜ਼ਾਂ ਜੁੜੀਆਂ ਹੁੰਦੀਆਂ। ਜਦੋਂ ਤੁਸੀਂ ਸਕੂਲੇ ਪੜ੍ਹਦੇ ਆ ਤੁਹਾਨੂੰ ਕਈ ਵਾਰੀ ਐਂ ਲੱਗਦਾ ਤੁਹਾਡੇ ਘਰਦਿਆਂ ਨੇ ਜਿਹੜਾ ਨਾਂ ਰੱਖਿਆ ਵਧੀਆ ਨਹੀਂ ਰੱਖਿਆ ਯਾਰ, ਹਨਾ। ਕੀ ਤੁਹਾਡਾ ਨਾਮ ਬਿਕਰਮ, ਮੇਰਾ ਨਾਮ ਬਿਕਰਮ ਆ, ਬੀ ਤੋਂ ਸ਼ੁਰੂ ਹੁੰਦਾ। ਤੂੰ ਕਾਪੀ ਦੇ ਪਿੱਛੇ ਸਾਈਨ ਕਰਕੇ ਦੇਖਦਾ ਯਾਰ, ਜੇ ਮੈਂ ਕਦੀ ਕਿਸੇ ਦੇ ਸਾਈਨ ਕਰਕੇ ਦਊਂਗਾ ਕਿ ਇਹਨੂੰ ਆਟੋਗ੍ਰਾਫ 6ਵੀਂ ਕਲਾਸ 'ਚ, ਤੇ ਮੈਂ ਕਿਹੋ ਜਿਹੇ ਸਾਈਨ ਕਰੂੰਗਾ, ਹਨਾ। ਇਦਾਂ ਦੀਆਂ ਚੀਜ਼ਾਂ ਤੇ ਨਾਮ ਦੇ ਸਾਈਨ ਹੀ ਨਹੀਂ ਵਧੀਆ ਹੁੰਦੇ, ਕਿੱਦਾਂ ਲਿਖੂੰਗਾ। ਟੀਵੀ ਦਾ ਉੱਥੇ ਨਾ ਉਹਨਾਂ ਨੇ ਮੇਰਾ ਨਾਮ ਸਕਰੀਨ ਕਰਤਾ ਸੀ। ਸੋ ਮੈਨੂੰ ਕਰਦਾ ਹੁੰਦਾ ਸੀ ਬਿਕਰਮਜੀਤ ਦਾ ਕਰਤਾ ਸੀ, ਵਿਜੇ ਰੰਧਾਵਾ। ਤਾਂ ਇਹ ਨਾਮ ਕਰਤਾ, ਤਾਂ ਉੱਥੋਂ ਉਸੇ ਨਾਮ ਨੂੰ ਪ੍ਰੋਸੀਡ ਕਰ ਲਿਆ। ਪ੍ਰੋਸੀਡ ਕਰਦੇ ਗਏ ਐਂਕਰਿੰਗ 'ਚ ਉਹੀ ਕੀਤਾ। ਤਾਂ ਜਦੋਂ ਮੈਂ ਐਂਕਰਿੰਗ ਛੱਡਣੀ ਸੀ, ਜੋ ਚੇਂਜ ਕਰਨੀ ਸੀ, ਤਾਂ ਮੈਂ ਸੋਚਿਆ ਕਿ ਆਪਾਂ ਵਿਜੇ ਤੋਂ ਜੈ ਕਰ ਲੈਂਦੇ ਆ ਕਿ ਲੋਕਾਂ ਨੂੰ ਉਹਨੂੰ ਇੰਨੀ ਸਮਝ ਨਹੀਂ ਹੁੰਦੀ। ਮੈਨੂੰ ਲੱਗਦਾ ਬੰਦੇ ਨੂੰ ਐ ਲੱਗਦਾ ਕਿ ਉਹਨੂੰ ਹੀ ਸਭ ਪਤਾ ਹੈ। ਸੋ ਮੈਨੂੰ ਐ ਲੱਗਦਾ ਹੁੰਦਾ ਸੀ ਕਿ
ਤੈਅ ਕਰ ਲੈਂਦੇ ਤਾਂ ਕਿ ਲੋਕਾਂ ਨੂੰ ਨਾਮ ਤੋਂ ਭੁਲੇਖਾ ਨਾ ਪਵੇ, ਲੋਕਾਂ ਨੂੰ ਲੱਗੇ ਕਿ ਇੱਕ ਬੰਦਾ, ਇਹ ਸ਼ੂਟਰ ਤੋਂ ਪਹਿਲਾਂ ਹੀ ਕੀਤਾ ਸੀ, ਕਿ ਇੱਕ ਨਵਾਂ ਬੰਦਾ ਇੱਕ ਨਵੀਂ ਚੀਜ਼ ਲੈ ਕੇ ਆਇਆ, ਸੋ ਤਾਂ ਕਿ ਲੋਕੀ, ਮੈਂ ਡਰਦਾ ਸੀ ਕਿ ਕਿਤੇ ਲੋਕੀ ਇਹ ਨਾ ਕਹਿਣ ਲੱਗ ਜਾਣ ਯਾਰ ਇਹ ਤਾਂ ਐਂਕਰਿੰਗ ਕਰਦਾ ਹੁੰਦਾ ਸੀ ਕਿ ਇਹ ਕਿਉਂ ਕਰਨ ਲੱਗ ਗਿਆ, ਸੋ ਉਸ ਡਰ ਕਰਕੇ ਸੀ। ਫਿਰ ਨਾਮ ਤਾਂ ਮੈਂ ਬਦਲਦਾ, ਪਰ ਉਸ ਤੋਂ ਬਾਅਦ ਫਿਰ ਮੈਂ ਇਹ ਬਿਨਾਂ ਸੋਚੇ, ਦਿਮਾਗ 'ਚ ਕੋਈ ਗੱਲ ਨਹੀਂ, ਉਸ ਤੋਂ ਬਾਅਦ ਫਿਰ ਮੈਂ ਧਿਆਨ ਦਿੱਤਾ ਤੇ ਮੈਨੂੰ ਲੱਗਦਾ ਕਿ ਹੁਣ ਅੱਧੇ ਲੋਕਾਂ ਨੂੰ ਐਂ ਲੱਗਦਾ ਨਾ ਬੀਜੇ, ਅੱਧੇ ਨੂੰ ਲੱਗਦਾ ਜਾਏ, ਪਰ ਹੌਲੀ ਹੌਲੀ ਕਲੀਅਰ ਹੋ ਜਾਊਗਾ। ਅੱਛਾ, ਮੈਨੂੰ ਲੱਗਿਆ ਕੋਈ ਨਿਊਮਰੋਲੋਜਿਸਟ ਜਾਂ ਕੁਝ ਏਦਾਂ ਦਾ ਕਰਿਆ ਤੁਸੀਂ? ਨਹੀਂ, ਉਹ ਮੈਂ ਨਿਊਮਰੋਲੋਜਿਸਟ ਨਹੀਂ, ਮੈਂ ਕੋਈ ਵੀ ਇਦਾਂ ਦੀ ਫੋਲੋ ਕੀਤੀ, ਕਿਉਂਕਿ ਜੈ ਰੰਧਾਵਾ ਚ ਨਾ ਤੇ ਮੈਨੂੰ ਕਈ ਲੋਕ ਇਦਾਂ ਪੁੱਛਦੇ ਆ, ਉਹ ਸਾਨੂੰ ਯੂਜ਼ਰ ਨਹੀਂ ਮਿਲਦਾ ਸੀ ਇੰਸਟਾਗ੍ਰਾਮ ਤੇ, ਫਿਰ ਮੈਂ ਉਹਨੂੰ ਰਿਕੁਐਸਟ ਕੀਤੀ, ਹੁਣ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਉਹ ਸਿੰਗਲ ਵਾਈ ਦੇ ਦਿਓ ਤੇ ਉਹ ਮਿਲ ਜੂਗਾ, ਫਿਰ ਉਹ ਹੋ ਜੂਗਾ। ਰਾਈਟ। ਅੱਛਾ ਵਿਜੇ, ਹੁਣ ਅਸੀਂ ਤੁਹਾਨੂੰ ਰੀਸੈਂਟਲੀ ਇੱਕ ਪ੍ਰੋਜੈਕਟ ਦੇ ਵਿੱਚ ਦੇਖਿਆ, ਤੀਜਾ ਪੰਜਾਬ ਦੇ ਵਿੱਚ, ਉਹ ਤੁਸੀਂ ਕਦੋਂ ਸ਼ੂਟ ਕਰੀ ਸੀ? ਬਿਕਾਜ਼ ਯੂ ਸੈਡ ਕਿ ਤੁਸੀਂ 2 ਸਾਲ ਕੋਈ ਫਿਲਮ ਸ਼ੂਟ ਨਹੀਂ ਕਰੀ। ਉਹ ਕੀਤੀ ਸੀਗੀ ਉਹ ਫਿਲਮ ਤਾਂ ਮੈਂ, ਉਹ ਨਾ ਬੇਸਿਕਲੀ ਉਸ ਫਿਲਮ ਦਾ ਚੱਕਰ, ਉਸ ਫਿਲਮ ਦੇ ਵਿੱਚ ਜਿੱਦਾਂ ਅੰਬਰ ਭਾਈ ਦਾ ਕੰਮ ਬੜਾ ਘੈਂਟ ਲੱਗਦਾ ਕਿ ਉਹ ਨਾ ਆਪਣੀ ਜ਼ਮੀਨ ਨੂੰ ਬੜਾ ਜੋੜਦੇ ਆ ਫਿਲਮ 'ਚ, ਤੇ ਮੈਨੂੰ ਤੇ ਉਹ ਬੜੀ ਮਿਹਨਤ ਕਰਕੇ ਆਏ ਨੇ। ਕੋਈ ਵੀ ਬੰਦਾ ਇਦਾਂ ਜਦੋਂ ਐ ਹੁੰਦਾ ਕਿ ਯਾਰ ਇਸ ਬੰਦੇ 'ਚ ਕੀ ਖਾਸ ਗੱਲ ਹੈ, ਮੈਂ ਇਹਨੂੰ ਮਿਲਾਂ ਜਾਂ ਇੱਥੋਂ ਹਨਾ ਸਿੱਖਾਂ ਕੋਈ ਚੀਜ਼, ਤਾਂ ਮੈਂ ਉਹਨਾਂ ਨੂੰ ਤੁਹਾਡੇ ਨਾਲ ਕੋਈ ਵੀ ਕੰਮ ਹੋਇਆ ਮੈਨੂੰ ਜ਼ਰੂਰ ਦੱਸੋ, ਮੈਂ ਕਰਨਾ। ਤੇ ਉਹਨਾਂ ਨੇ ਮੈਨੂੰ ਕਿਹਾ ਕਿ ਗੈਸਟ ਅਪੀਅਰੈਂਸ ਕਰਨੀ ਆ, ਤਾਂ ਯਾਰ ਇਦਾਂ ਮੈਂ ਬਿਨਾਂ ਸੋਚ ਸਮਝੇ ਗੱਲ ਕਿ ਮੇਰਾ ਫਾਇਦਾ ਨੁਕਸਾਨ ਕੀ ਹੋਣਾ ਕੀ ਨਹੀਂ ਹੋਣਾ, ਇਹ ਚੀਜ਼ਾਂ ਨਹੀਂ ਸੋਚੀਆਂ, ਮੈਂ ਸੋਚੀਆਂ, ਤੇ ਮੈਂ ਭਾਈ ਨੂੰ ਕਿਹਾ ਕਿ ਠੀਕ ਆ ਮੈਂ ਕਰ ਲਾਂ। ਤੂੰ ਮੈਂ ਹੌਲੀ ਉਹ ਗੈਸਟ ਅਪੀਅਰੈਂਸ ਆਪਣੇ ਵੱਲੋਂ, ਪਰ ਉਹਦੇ 'ਚ 3-4, ਪਰ ਹੁਣ ਉਹ ਥੀਏਟਰ ਰਿਲੀਜ਼ ਦੇ ਜਿਹੜਾ OTT ਹੋਊਗਾ ਉਹਦੇ ਵਿੱਚ ਨਹੀਂ ਹੈ, ਕਿਉਂਕਿ ਉਹ ਗੈਸਟ ਅਪੀਅਰੈਂਸ ਮੈਨੂੰ ਇਦਾਂ ਸੀ ਕਿ ਉਹ ਫਿਲਮ ਲਈ ਮੈਂ ਇੱਕ ਪੋਸਟ ਪਾਈ ਕਿ ਜੇ ਕਿਸਾਨ ਮੋਰਚੇ ਤੇ ਫਿਲਮ ਬਣਾਉਂਗਾ ਤਾਂ ਮੈਂ ਉਹ ਫਿਲਮ ਫ੍ਰੀ 'ਚ ਕਰੂੰਗਾ, ਸੋ ਬੇਸਿਕ ਉਸ ਚੀਜ਼ ਦਾ ਹਿੱਸਾ ਬਣਾ ਮੈਂ, ਸੋ ਉਸ ਤਰੀਕੇ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜੇ ਹੋਰ ਕਿਹੜੇ ਪ੍ਰੋਜੈਕਟਸ ਦੇ ਵਿੱਚ ਅਸੀਂ ਤੁਹਾਨੂੰ ਦੇਖਾਂਗੇ? ਇੱਕ ਤਾਂ ਤੁਸੀਂ ਅਨਾਉਂਸ ਕਰ ਚੁੱਕੇ ਹੋ, ਇਹਦੇ ਇਲਾਵਾ ਇੱਕ ਕਿਹੜਾ ਅਨਾਉਂਸ ਕੀਤਾ ਮੈਂ? ਇੱਕ ਜਿਹੜੀ ਤੁਸੀਂ ਹਾੜੀ ਦੇ ਵਿੱਚ ਗਿੱਪੀ ਗਰੇਵਾਲ ਦੇ ਪ੍ਰੋਡਕਸ਼ਨ ਹਾਊਸ ਦੇ ਅੰਡਰ ਅਨਾਉਂਸਮੈਂਟ ਕੀਤੀ ਸੀਗੀ। ਨਹੀਂ, ਮੈਂ ਗਿੱਪੀ ਬਾਈ ਅਨਾਉਂਸਮੈਂਟ ਨਹੀਂ ਕੀਤੀ ਵੈਸੇ, ਪਰ ਮੈਂ ਇੱਕ ਜਾਨੀ ਚੋਰ ਫਿਲਮ ਅਨਾਉਂਸ ਕੀਤੀ ਸੀਗੀ, ਉਹ ਮੈਂ ਪਿਛਲੇ ਸਾਲ, ਉਹਦੀ ਸਕ੍ਰਿਪਟ ਤੇ ਕੰਮ ਚੱਲ ਰਿਹਾ, ਪਰ ਮੈਂ ਹਲੇ ਕੰਪਲੀਟਲੀ ਉਤੋਂ ਮੈਨੂੰ ਇਦਾਂ ਲੱਗਦਾ ਜਿੰਨਾ ਚਿਰ ਤੱਕ ਅੰਦਰ ਆਵਾਜ਼ ਨਹੀਂ ਆਉਂਦੀ, ਮੈਂ ਇਦਾਂ ਬਹੁਤ ਫਿਲਮਾਂ ਨਹੀਂ ਸਾਈਨ ਕਰਤੀਆਂ ਮੈਂ ਹਜੇ ਤੱਕ। ਪਰ ਤੁਸੀਂ ਗਿੱਪੀ ਗਰੇਵਾਲ ਦੇ ਪ੍ਰੋਡਕਸ਼ਨ ਹਾਊਸ ਦੇ ਅੰਡਰ ਇੱਕ ਫਿਲਮ ਅਨਾਉਂਸ ਕਰੀ ਤਾਂ ਸੀਗੀ, that you are part of that project, ਉਹਨਾਂ ਦੇ ਅਨਟਾਈਟਲਡ ਪ੍ਰੋਡਕਸ਼ਨ। ਨਹੀਂ, ਮੈਂ ਨਹੀਂ ਕੀਤੀ। ਅੱਛਾ, ਫੋਟੋ ਦੇਖੀ, ਹਾਂ ਕਿਤੇ ਫੋਟੋ ਦੇਖੀ ਹੋਊਗੀ ਗਿੱਪੀ ਬਾਈ ਦੇ ਨਾਲ, ਪਰ ਮੈਂ ਕੋਈ ਫਿਲਮ ਨਹੀਂ ਅਨਾਉਂਸ ਕੀਤੀ। ਅੱਛਾ, ਓਕੇ, we thought that you coming with a project with him. All right, ਮੈਂ ਕੋਈ ਵੀ ਇੱਕ ਹੀ ਫਿਲਮ ਆ ਜਿਹਦੇ ਤੇ ਮੈਂ ਕੰਮ ਕਰ ਰਿਹਾ ਪਿਛਲੇ 8 ਮਹੀਨੇ ਤੋਂ, ਤਾਂ ਉਹ ਫਿਲਮ ਤੇ ਹੀ ਕੰਮ ਸ਼ੁਰੂ ਹੋਣਾ ਹੁਣ। ਜਾਨੀ ਚੋਰ? ਨਹੀਂ, ਜਾਨੀ ਚੋਰ ਨਹੀਂ, ਜਾਨੀ ਚੋਰ ਇਸ ਤੋਂ ਬਾਅਦ ਕਰੂੰਗਾ। ਸੋ ਇੱਕ ਹੀ ਫਿਲਮ ਆ, ਉਹਦਾ ਮੈਂ ਚੀਜ਼ਾਂ ਸਾਰੀਆਂ ਅਨਾਉਂਸ ਕਰੂੰਗਾ ਕਿ ਗੀਤ MP3 ਪ੍ਰੋਡਿਊਸ ਕਰ ਰਹੀ ਹੈ ਉਹਨੂੰ, ਤੇ ਡਾਇਰੈਕਟ ਧੀਰਜ ਰਤਨ ਭਾਈ ਨੇ ਲਿਖੀ ਹੈ ਫਿਲਮ। ਸਿਰਫ ਇਹ ਦੋ, ਬਾਕੀ ਸਾਰਾ ਕੁਝ ਪਤਾ ਲੱਗੇ ਤਾਂ ਉਹ ਚੀਜ਼ ਬਹੁਤ ਵਧੀਆ ਹੀ ਤਰੀਕੇ ਦੇ ਨਾਲ ਰਿਪਲ। ਤੇ ਕਿਆ ਉਹ ਵੀ ਐਸੇ ਪਾਰਟ ਆਫ ਜਨਰ ਹੈਗੀ ਹੈ, ਉਹ ਵੀ ਕਿਆ ਚੋਰ ਡਾਕੂ ਇਹ ਹੀ ਹੈਗਾ ਜਾਂ ਕੋਈ ਹੋਰ ਜਨਰ ਹੈਗਾ ਉਹਦਾ? ਸਵਾਦ ਆਊਗਾ ਫਿਲਮ, ਜਨਰ ਇਹ ਨਹੀਂਗਾ, ਗੈਂਗਸਟਰ ਨਹੀਂ ਆ ਨਾ, ਕੋਈ ਐਕਸ਼ਨ ਕਹਿ ਸਕਦੇ ਆ, ਪਰ ਉਹ ਨਵੀਂ ਜਿਹੀ ਚੀਜ਼ ਆ। ਮੈਂ ਦੱਸ ਦਿੰਦਾ ਕਿ ਉਹ ਇਦਾਂ ਦੀ ਫਿਲਮ ਆ ਕਿ ਉਹ ਨਾ ਉਹਨਾਂ ਦੀ ਬਾਲੀਵੁੱਡ ਤੇ ਨਾ ਬਾਲੀਵੁੱਡ, ਵੈਸੇ ਹਰ ਬੰਦਾ ਕਿ ਇਦਾਂ ਦੀ ਫਿਲਮ ਕਦੀ ਨਹੀਂ ਬਣੀ, ਪਰ ਉਹ ਐਕਚੁਅਲ ਚ ਇਦਾਂ ਨਹੀਂ ਆਈ ਕਿਤੇ ਵੀ, ਕਿਉਂਕਿ ਉਹ ਜਿਹੜੀ ਚੀਜ਼ ਉਹਦੇ ਚ ਮੈਂ ਕੋਸ਼ਿਸ਼ ਕਰ ਰਿਹਾ ਕਰਨ ਦੀ, ਉਹ ਕਿਸੇ ਨੇ ਅਟੈਂਪਟ ਨਹੀਂ ਕੀਤੀ ਹਲੇ ਤੱਕ। ਸੋ ਰਿਸਕ ਕਿਦਾਂ ਦਾ ਲੱਗਦਾ ਉਹਦੇ ਚ? ਰਿਸਕ ਪੂਰਾ। ਓਕੇ, ਰਿਸਕ ਟੇਕਰ ਹੋਇਆ ਹੈ ਹੁਣ ਤਾਂ, ਬਿਲਕੁਲ ਜੋ ਮਰਜ਼ੀ। ਜ਼ਿੰਦਗੀ ਸਵਾਦ ਹੋਣਾ ਚਾਹੀਦਾ ਤੁਹਾਨੂੰ, ਤੁਹਾਨੂੰ ਸਵਾਦ ਨਹੀਂ ਆ ਰਿਹਾ, ਤੁਸੀਂ ਸਵੇਰੇ ਉੱਠ ਕੇ ਰਾਤ ਨੂੰ ਸੌਂ ਜਾਓਗੇ ਤੇ ਤੁਹਾਨੂੰ ਮਜ਼ਾ ਨਹੀਂ ਆਉਂਦਾ, ਹਨਾ? ਤੁਹਾਨੂੰ ਸਵਾਦ ਆਉਣਾ ਚਾਹੀਦਾ, ਮਿਲਣੀ ਚਾਹੀਦੀ ਤੁਹਾਡੇ ਅੰਦਰ। ਇਹ ਸ਼ੁਰੂ ਤੋਂ ਹੀ ਆਪਣੇ ਸਾਰੇ ਬੰਦੇ ਜਿੱਦਾਂ ਹੁੰਦਾ, ਜਦੋਂ ਮੈਂ ਸਕੂਲ ਵੀ ਹੁੰਦਾ, ਜੇ ਸ਼ਰਾਰਤ ਨਹੀਂ ਕਰਦਾ ਸੀ, ਜੇ ਮੈਨੂੰ ਪਨਿਸ਼ਮੈਂਟ ਨਹੀਂ ਮਿਲਦੀ ਤੇ ਮੈਨੂੰ ਐ ਲੱਗਦਾ ਮੈਂ ਸਕੂਲ ਗਿਆ ਨਹੀਂ। ਮੈਂ ਪੜ੍ਹਨ ਭਾਗ ਨਹੀਂ ਸੀਗਾ, ਮੈਂ ਸ਼ਰਾਰਤਾਂ ਹੀ ਬਹੁਤ ਵਧੀਆ ਸੀ। ਰਾਈਟ, ਸੋ ਤੁਹਾਡੀ ਸ਼ਰਾਰਤ ਤੇ ਸਵਾਦ ਤੇ ਐਸੀ ਖੂਬਸੂਰਤ ਜ਼ਿੰਦਗੀ ਵਾਸਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ। ਤੁਹਾਡੀ ਜਰਨੀ ਅਸੀਂ ਦੇਖੀ ਹੈ
ਤੇ ਕਾਫੀ ਇੰਟਰਸਟਿੰਗ ਜਰਨੀ ਹੈਗੀ ਹੈ ਤੁਹਾਡੀ ਤੇ ਕਾਫੀ ਵੱਡੇ ਪੱਧਰ ਤੇ ਆ ਗਏ ਹੋ ਤੇ ਉਮੀਦ ਕਰਦੇ ਹਾਂ ਕਿ ਇਹਨੂੰ ਸਸਟੇਨ ਕਰਕੇ ਰੱਖੋ ਤੇ ਇਹ ਜਿਹੜੇ ਛੋਟੇ ਛੋਟੇ ਕਿਰਦਾਰ ਕਰਦੇ ਹੋ ਨਾ ਫ੍ਰੀ ਵਾਲੇ ਉਹ ਨਾ ਕਰੋ ਮੇਰਾ ਸੁਜੈਸ਼ਨ ਆ ਕਿਉਂਕਿ ਸਾਨੂੰ ਲੱਗਦਾ ਹੈ ਕਿ ਯੂ ਮੇਨਟੇਨਡ ਸਰਟਨ ਸਟੈਂਡਰਡ ਫॉर योरसेल्फ तो ਉਹਨੂੰ ਮੇਨਟੇਨ ਕਰਕੇ ਰੱਖੋ ਇਟਸ ਜਸਟ ਤੁਸੀਂ ਸਹੀ ਕਹਿ ਰਹੇ ਹੋ ਜੋ ਵੀ ਕਹਿ ਰਹੇ ਹੋ ਪਰ ਮੈਨੂੰ ਐਂ ਲੱਗਦਾ ਕਈ ਚੀਜ਼ਾਂ ਤੁਹਾਨੂੰ ਜ਼ਿੰਦਗੀ 'ਚ ਬਿਨਾਂ ਫਾਇਦਾ ਨੁਕਸਾਨ ਦੇਖੇ ਕਰਨੀਆਂ ਚਾਹੀਦੀਆਂ ਤੇ ਤਾਂ ਕਿ ਜਦੋਂ ਤੁਸੀਂ ਮੈਂ ਪ੍ਰੈਜ਼ੈਂਟ ਨੂੰ ਨਹੀਂ ਸੋਚਦਾ ਅਗਲੇ ਨੂੰ ਅੱਜ ਤੋਂ 10 ਸਾਲ ਬਾਅਦ ਤੁਸੀਂ ਸੋਚੋਗੇ ਤਾਂ ਤੁਹਾਨੂੰ ਹੋਣਾ ਚਾਹੀਦਾ ਕਿ ਤੁਸੀਂ ਕਿਸੇ ਲਈ ਕੁਝ ਕੀਤਾ तो मैं ये सोच चाहे मेरा यार दोस्त होवे चाहे कोई भी चीज हो ठीक on that note thank you BJ for talking to us it was wonderful having you on Can Punjab ਐਂਡ ਉਮੀਦ ਕਰਦੇ ਹਾਂ 14 ਜਨਵਰੀ ਨੂੰ ਤੁਹਾਡੀ ਫਿਲਮ ਬਹੁਤ ਹੀ ਧਮਾਕੇਦਾਰ ਪਰਫਾਰਮੈਂਸ ਕਰੇ ਬਾਕਸ ਆਫਿਸ ਤੇ ਜਿਨ੍ਹਾਂ ਨੇ ਲੀਕ ਹੋਈ ਦੇਖੀ ਹੋਈ ਹੈ ਉਹਨਾਂ ਨੂੰ ਮੈਂ ਪਹਿਲਾਂ ਹੀ ਦੱਸਦਾ ਇਹ ਫਿਲਮ ਛੋਟੇ ਪਰਦੇ ਤੇ ਦੇਖਣ ਵਾਲੀ ਨਹੀਂ ਹੈਗੀ ਹੈ ਇਹ ਵੱਡੇ ਪਰਦੇ ਤੇ ਦੇਖਣ ਵਾਲੀ ਫਿਲਮ ਹੈ ਸੋ ਜਿੰਨਾ ਮਰਜ਼ੀ ਤੁਸੀਂ ਦੇਖ ਲਓ ਵੱਡੇ ਪਰਦੇ ਤੇ ਸਵਾਦ ਕੁਝ ਹੋਰ ਹੋਊਗਾ ਹੈ ਨਾ ਬਿਲਕੁਲ ਉਹ ਫਿਲਮ ਦਾ ਤੁਸੀਂ ਮੈਂ ਤੁਹਾਨੂੰ ਇੱਕ ਗੱਲ ਦੀ ਗਾਰੰਟੀ ਦਿੰਦਾ ਕਿ ਉਹਦੇ ਜਿਹੜੀ ਫਿਲਮ ਲੀਕ ਹੋਈ ਉਹ ਤਾਂ ਕੰਪਲੀਟ ਵੀ ਨਹੀਂ ਸੀਗੀ ਰਫ ਵੀ ਬਹੁਤ ਸੀ ਪਰ ਜਦੋਂ ਤੁਸੀਂ ਇਸ ਫਿਲਮ ਨੂੰ ਵੱਡੇ ਪਰਦੇ ਤੇ ਦੇਖੋਗੇ ਨਾ ਤਾਂ ਮੈਂ ਇੱਕ ਹੋਰ ਗੱਲ ਦੱਸੀ ਨਹੀਂ ਮੈਂ ਇਹ ਫਿਲਮ ਦੇਖੀ ਨਹੀਂ ਗਈ ਹਲੇ ਮੈਂ ਪ੍ਰੋਡਿਊਸਰਸ ਨੇ ਜਿੰਨੇ ਵੀ ਨਹੀਂ ਦੋ ਹੀ ਪ੍ਰੋਡਿਊਸਰ ਨੇ ਮੈਂ ਤੇ ਮੇਰੇ ਜਿੰਨੇ ਵੀ ਸਾਡੀ ਟੀਮ ਦੇ ਵਿੱਚ ਬੰਦੇ ਨੇ ਕਿਸੇ ਨੇ ਫਿਲਮ ਦੇਖੀ ਨਹੀਂ ਕਿਉਂਕਿ ਸਾਰਿਆਂ ਦਾ ਡ੍ਰੀਮ ਪ੍ਰੋਜੈਕਟ ਆ ਸੋ ਮੇਰਾ ਇਹ ਸੀ ਮੈਂ ਕਰ ਰਿਹਾ ਕਿ ਮੇਰੀ ਫਿਲਮ ਥੀਏਟਰ 'ਚ ਆਵੇ ਤਾਂ ਮੈਂ ਇਹਨੂੰ ਥੀਏਟਰ 'ਚ ਹੀ ਦੇਖਾਂ ਤੇ ਦੇਖੀ ਉਨੀ ਵੀ ਦੇਖੀ ਆ ਸੋ ਜੋ ਤੁਸੀਂ ਇਹਨੂੰ ਥੀਏਟਰ 'ਚ ਦੇਖੋਗੇ ਤਾਂ ਮੈਂ ਗਾਰੰਟੀ ਦਿੰਦਾ ਕਿ ਤੁਹਾਨੂੰ ਸਵਾਦ ਆਊਗਾ ਤੁਹਾਨੂੰ ਐ ਲੱਗੂਗਾ ਤੁਹਾਨੂੰ ਇਹ ਫੀਲ ਹੋਊਗਾ ਕਿ ਯਾਰ ਇਹ ਬੰਦਾ ਜਿਹੜਾ ਵੀ ਬੰਦਾ ਕੰਮ ਕਰ ਰਿਹਾ ਕਿ ਯਾਰ ਮਤਲਬ ਵਧੀਆ ਹੈ ਸਵਾਦ ਆ ਰਿਹਾ ਦੇਖ ਕੇ ਮੈਂ ਰਿਕੁਐਸਟ ਮੈਂ ਵੀ ਐਗਰੀ ਕਰਦੀ ਹਾਂ ਇਸ ਚੀਜ਼ ਤੇ ਬਿਲਕੁਲ ਟੋਟਲੀ ਕਿ ਤੁਸੀਂ ਪਲੀਜ਼ ਇਸ ਫਿਲਮ ਨੂੰ ਥੀਏਟਰ 'ਚ ਹੀ ਦੇਖਿਓ ਕਿਉਂਕਿ ਮੈਂ ਚਾਹੁੰਦਾ ਤੁਸੀਂ ਇਸ ਫਿਲਮ ਨੂੰ ਥੀਏਟਰ 'ਚ ਦੇਖੋ ਤਾਂ ਮੈਂ ਸ਼ੂਟਰ 2 ਦੇ ਵਿੱਚ ਹੋਰ ਮਿਹਨਤ ਕਰ ਸਕੂੰਗਾ ਮੇਰੇ ਲਈ ਮੋਟੀਵੇਸ਼ਨ ਬਾਹਰੋਂ ਨਹੀਂ ਆਉਣੀ ਮੇਰੇ ਲਈ ਮੋਟੀਵੇਸ਼ਨ ਮੇਰੇ ਵਿਊਅਰਸ ਹੀ ਹੋਣੇ ਚਾਹੀਦੇ ਨੇ ਜਿਹੜੇ ਵੈਸੇ ਮੈਨੂੰ ਲੱਗਦਾ ਪੰਜਾਬ 'ਚ ਨਾ ਸਾਰਿਆਂ ਨੇ ਲੀਕ ਦੇਖੀ ਆ ਪਰ ਸਟਿਲ ਮੈਂ ਚਾਹੁੰਦਾ ਕਿ ਤੁਸੀਂ ਜੇ ਦੇਖ ਵੀ ਲਈ ਤੁਹਾਨੂੰ ਐਵੇਂ ਲੱਗਦਾ ਕਿ ਯਾਰ ਦੇਖ ਲਿਆ ਫਿਰ ਵੀ ਦੇਖ ਕੇ ਆਓ ਤਾਂ ਕਿ ਫਿਰ ਮੇਰੇ ਲਈ ਤੁਹਾਨੂੰ ਸ਼ੂਟਰ 2 'ਚ ਤੋਂ ਜ਼ਿਆਦਾ ਵਧੀਆ ਕੰਮ ਕਰਕੇ ਦਿਖਾਊਂਗਾ ਇਹੀ ਹੋਪ ਹੋਰ ਕੋਈ ਇਸ ਤੋਂ ਜ਼ਿਆਦਾ ਮੈਂ ਕਿ ਕਿੰਨਾ ਬਾਕਸ ਆਫਿਸ ਸਭ ਪਰਮਾਤਮਾ ਯਾਦ ਚਲੋ ਠੀਕ ਹੈ on that note thank you BJ we'll sign off here thank you for having us thank you so much thank you ji bye